ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਬਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ। ਜਿਸਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਏ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਏ। ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ, ਚਬਰ ਛਤਰ ਤਖਤ ਦੇ ਮਾਲਕ, ਸਮਰੱਥ ਗੁਰੂ ਪ੍ਰਤੱਖ ਗੁਰੂ ਸਤਿਗੁਰੂ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਾਜ਼ਰੀ ਵਿਖੇ ਸੁਭਾਏਮਾਨ ਸਤਿਗੁਰੂ ਜੀ ਦੀ ਪਿਆਰੀ ਸਾਧ ਸੰਗਤ ਜੀ, ਆਪ ਜੀ ਬੜੇ ਪਿਆਰ ਦੇ ਨਾਲ ਸਤਿਗੁਰੂ ਜੀ ਦੇ ਹਜ਼ੂਰ ਹਾਜ਼ਰ ਬੈਠੇ ਹੋ। ਗੁਰੂ ਜੀ ਦੇ ਸੋਹਣੇ ਦਰਸ਼ਨ ਕਰ ਰਹੇ ਹੋ। ਪਿਆਰ ਦੇ ਨਾਲ ਸਾਰੀ ਸੰਗਤ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਤਿਨਾਂ ਦੀ ਲੜੀਵਾਰ ਕਥਾ, ਗੁਰੂ ਘਰ ਦਾ ਪਵਿੱਤਰ ਇਤਿਹਾਸ ਆਪ ਜੀ ਸਿੱਖ ਸੰਗਤਾਂ ਬੜੇ ਹੀ ਪਿਆਰ ਦੇ ਨਾਲ ਸਰਵਣ ਕਰ ਰਹੇ ਹੋ। ਦੁਸ਼ਟ ਪਾਪੀ ਦੁਰਾਚਾਰੀ ਗੁਰੂ ਘਰ ਦਾ ਨਿੰਦਕ ਚੰਦੂ ਬੇਅੰਤ ਦੁੱਖ ਦੇਣ ਦਾ ਗੁਰੂ ਜੀ ਨੂੰ ਯਤਨ ਕਰ ਰਿਹਾ ਹੈ। ਪਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਤਿਗੁਰੂ ਜੀ ਦੀ ਆਤਮਾ ਇੱਕਦਮ ਸਾਧ ਸੰਗਤ ਜੀ ਸੁਖੀ ਹੈ। ਕੱਲ ਤੁਸੀਂ ਸਰਵਣ ਕੀਤਾ, ਪਹਿਲੇ ਦਿਨ ਮਹਾਰਾਜ ਜੀ ਨੂੰ ਭੁੱਖੇ ਪਿਆਸੇ ਰੱਖਣ ਦਾ ਉਸਨੇ ਯਤਨ ਕੀਤਾ। ਦੂਸਰੇ ਦਿਨ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਉਹਨੇ ਉਬਲਦੀ ਦੇਗ ਦੇ ਵਿੱਚ ਲੰਮਾ ਸਮਾਂ ਬਿਠਾਇਆ। ਤੀਸਰੇ ਦਿਨ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਉਸਨੇ ਲਗਭਗ 6.5 ਘੰਟੇ ਗੁਰੂ ਜੀ ਦੇ ਸੀਸ ਦੇ ਉੱਤੇ ਰੇਤਾ ਪਾਇਆ ਗਿਆ। ਗੁਰੂ ਜੀ ਅਡੋਲ ਬੈਠੇ ਰਹੇ ਹੈ ਜੀ। ਇਹ ਗੱਲਾਂ ਸਾਨੂੰ ਧੀਰਜ ਦਿੰਦੀਆਂ। ਥੋੜ੍ਹਾ ਜਿਹਾ ਦੁੱਖ ਸੰਤਾਪ ਹੋਵੇ ਅਸੀਂ ਡੋਲ ਜਾਂਦੇ ਹਾਂ, ਪਰ ਜਿਹੜੇ ਬਾਣੀ ਪੜ੍ਹਦੇ ਆ ਨਾ ਸੰਗਤ ਜੀ, ਉਹ ਨਹੀਂ ਡੋਲਦੇ। ਪ੍ਰਭ ਕੀ ਬਾਣੀ ਸਭ ਕੋ ਬੋਲੈ, ਆਪ ਡੋਲ ਨਾ ਕਭੂ ਡੋਲੈ। ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਜੀ ਧੰਨ 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 ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਬੈਠੇ ਹਨ। ਸਰੀਰ ਜਿਹੜਾ ਉਹ ਬਹੁਤ ਛਾਲਿਆਂ ਵਾਲਾ ਭਰ ਗਿਆ, ਰੇਤ ਵਾਲਾ ਹੋ ਗਿਆ। ਮਹਾਰਾਜ ਜੀ ਬੈਠੇ ਹਨ। ਗੁਰੂ ਸਾਹਿਬ ਜੀ ਦੇ ਕੋਲ ਰਾਤ ਨੂੰ 84 ਸਿੱਧ ਆਏ ਹਨ ਜੀ। 84 ਸਿੱਧਾਂ ਨੇ ਆ ਕੇ ਸਤਿਗੁਰੂ ਜੀ ਨੂੰ ਬੇਨਤੀ ਕੀਤੀ ਹੈ, ਹੇ ਮਹਾਰਾਜ ਸੱਚੇ ਪਾਤਸ਼ਾਹ, ਮਹਾਰਾਜ ਆਪ ਸਾਨੂੰ ਹੁਕਮ ਕਰੋ। ਜੇ ਤੁਸੀਂ ਨਹੀਂ ਕੁਝ ਕਰਨਾ, ਮਹਾਰਾਜ ਸਾਨੂੰ ਹੁਕਮ ਕਰੋ, ਅਸੀਂ ਮਹਾਰਾਜ ਨਿਹਾਲ ਕਰ ਦਈਏ, ਭਾਵ ਅਸੀਂ ਦੁਸ਼ਟ ਦਾ ਨਾਸ ਕਰ ਦਈਏ। ਮਹਾਰਾਜ ਕਹਿਣ ਲੱਗੇ, ਨਹੀਂ, ਇਹ ਤੁਹਾਡਾ ਵੀ ਕੰਮ ਨਹੀਂ ਹੈ। ਤੁਸੀਂ ਚੁੱਪ ਕਰਕੇ ਸਾਰੇ ਤਮਾਸ਼ਾ ਵੇਖੋ, ਜੋ ਹੁੰਦਾ ਹੈ ਉਹਨੂੰ ਹੋਣ ਦਿਓ। ਇਹ ਸੰਗਤ ਜੀ ਕੱਲ ਪ੍ਰਸੰਗ ਸੁਣਿਆ। ਸਿੱਧ ਜਿਹੜੇ ਨੇ ਉਹ ਗੁਰੂ ਜੀ ਨੂੰ ਧੰਨ ਧੰਨ ਕਹਿ ਕੇ ਗਏ ਆ, ਗੁਰੂ ਜੀ ਦੀ ਵਡਿਆਈ ਕਰਕੇ ਗਏ ਹਨ ਵੀ ਇਹ ਏਡੀ ਵੱਡੀ ਜਰਨ ਅਵਸਥਾ ਇਹ ਗੁਰੂ ਜੀ ਦੀ ਹੋ ਸਕਦੀ ਹੈ, ਹੋਰ ਕਿਸੇ ਦੀ ਨਹੀਂ ਹੋ ਸਕਦੀ। ਹੁਣ ਇਹਦੇ ਤੋਂ ਅੱਗੇ ਆਪਾਂ ਕਥਾ ਸਰਵਣ ਕਰਨੀ ਹੈ। ਪਿਆਰ ਦੇ ਨਾਲ ਸਾਰੀ ਸੰਗਤ ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰੱਖੋ ਜੀ। ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਸਕਲ ਜਾਮਨੀ ਗਈ ਬਿਹਾਏ। ਸੱਚੇ ਪਾਤਸ਼ਾਹ ਗਰੀਬ ਨਵਾਜ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਰੀ ਰਾਤ ਕਦੀ ਕੋਈ ਗੁਪਤ ਰੂਪ ਚ ਆਇਆ, ਕਦੀ ਕੋਈ ਗੁਪਤ ਰੂਪ ਚ ਆਇਆ। ਸੱਚੇ ਪਾਤਸ਼ਾਹ ਜੀ ਬੈਠੇ ਹਨ।
ਸਾਰੀ ਰਾਤ ਜਿਹੜੀ ਹੈ ਉਹ ਬਤੀਤ ਹੋ ਗਈ ਹੈ। ਦਿਵਸ ਚੜ੍ਹੇ ਉਠ ਪਾਪੀ ਆਏ। ਦਿਨ ਚੜ੍ਹੇ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਮਹਾਰਾਜ ਜੀ ਦੇ ਕੋਲ ਪਾਪੀ ਦੁਸ਼ਟ ਚੰਦੂ ਚੱਲ ਕੇ ਆਇਆ ਹੈ। ਹਿਰਦੇ ਵਿਚਾਰੈ ਵੱਡ ਹਠਵੰਤਾ। ਬੜਾ ਜਿੱਦੀ ਹੈਗਾ ਜੀ, ਬਹੁਤਾ ਹੀ ਵੱਡਾ ਪਾਪੀ ਹੈ। ਮਨ ਦੇ ਵਿੱਚ ਪੁੱਠੀਆਂ ਹੀ ਸੋਚਾਂ ਸੋਚਦਾ ਹੋਇਆ ਗੁਰੂ ਜੀ ਦੇ ਕੋਲ ਚੱਲ ਕੇ ਆਇਆ। ਇਤੇ ਕਸ਼ਟ ਤੇ ਨਹੀਂ ਭੁਲੰਤਾ। ਕਹਿੰਦਾ ਵੀ ਹੱਦ ਹੋ ਗਈ ਹੈ, ਵੀ ਇੰਨਾ ਮੈਂ ਦੁੱਖ ਦੇ ਰਿਹਾ ਤਾਂ ਵੀ ਇਹ ਡੋਲਦੇ ਨਹੀਂ ਹੈ। ਦੁਸ਼ਟ ਇਹੋ ਹੀ ਗੱਲ ਸੋਚਦਾ ਆ ਰਿਹਾ ਜੀ। ਹਾਂਜੀ, ਭੈ ਕਰ ਨਾਤਾ ਨਾਹਿਨ ਮਨ ਹੈ। ਬਸ ਰਿਸ਼ਤੇ ਤੇ ਹੀ ਇਹਦੀ ਕਹਾਣੀ ਅੜੀ ਜੀ, ਰਿਸ਼ਤੇ ਤੇ ਹੀ ਜੀ। ਹਾਂਜੀ, ਬਿਨਾ ਤਰਾਸ ਤੇ ਬਾਕ ਬਖਾਨ ਹੈ। ਕਹਿੰਦਾ ਕਿਵੇਂ ਡਰਦੇ ਹੀ ਨਹੀਂ ਹੈ, ਬਿਨਾਂ ਡਰ ਤੋਂ ਬੋਲਦੇ ਆ। ਹਾਂਜੀ, ਬਾਰ ਬਾਰ ਬਾਰੀ ਬਰੋ ਬਾਰੂ। ਇੰਨੀ ਰੇਤ ਪਾਈ ਗਈ ਆ। ਅਤ ਤਿਪਤਾਏ ਥਿਰਿਓ ਮਝਾਰੂ। ਪਾਣੀ ਵਿੱਚ ਵੀ ਬੈਠੇ ਰਹੇ ਆ ਪਰ ਦੁੱਖ ਕੋਈ ਨਹੀਂ ਹੋ ਰਿਹਾ। ਇਹ ਗੱਲ ਸੋਚ ਕੇ ਮਨ 'ਚ ਮਹਿਮਾ ਵਸਣੀ ਚਾਹੀਦੀ ਹੈ, ਪਰ ਨਹੀਂ, ਮਹਿਮਾ ਨਹੀਂ ਵਸ ਰਹੀ ਜੀ। ਸੰਗਤ ਜੀ ਚੇਤਾ ਰੱਖਿਓ, ਗੁਰੂ ਦੀ ਮਹਿਮਾ ਹਿਰਦੇ 'ਚ ਵਸੇ, ਇਹਦੇ ਵਾਸਤੇ ਵੀ ਭਗਤੀ ਦੀ ਲੋੜ ਹੈਗੀ ਹੈ ਜੀ। ਜੇ ਭਗਤੀ ਨਹੀਂ ਨਾ ਹੈਗੀ ਜੀ, ਸਤਿਗੁਰੂ ਦੀ ਮਹਿਮਾ ਬੰਦੇ ਦੇ ਹਿਰਦੇ 'ਚ ਵਸਦੀ ਨਹੀਂ ਜੀ। ਹਾਂਜੀ, ਪ੍ਰਾਨ ਜਾਨ ਲਗ ਹਠ ਪਹੁੰਚਾਵੇ। ਨਹਿ ਤਿਆਗੋ ਮੈਂ ਚਿਤ ਜੇ ਆਵੇ। ਕਹਿਣ ਲੱਗਾ ਕੋਈ ਨਹੀਂ, ਇਹ ਮਨ 'ਚ ਸੋਚਦਾ ਵੀ ਹੋਰ ਕੰਮ ਮੈਂ ਕਰਨਾ। ਹਾਂਜੀ, ਆਜ ਤਪਤ ਕਰ ਲੋਹ ਵਿਸਾਲਾ। ਫਿਰ ਦੁਸ਼ਟ ਨੇ ਸਾਧ ਸੰਗਤ ਦੀ ਕਸ਼ਟ ਦੀ ਇੰਤਹਾ ਕੀਤੀ ਹੈ। ਕਹਿੰਦਾ ਅੱਜ ਲੋਹ ਨੂੰ ਤਪਾਉਣਾ, ਲੋਹ ਨੂੰ। ਹਾਂਜੀ, ਖਰੇ ਕਰੂੰ ਬੋਲੇ ਤਿਸ ਕਾਲਾ। ਉਹਦੇ ਉੱਤੇ ਖੜਾ ਕਰਾਂਗਾ, ਫਿਰ ਵੇਖਾਂਗਾ ਕਿਵੇਂ ਬੋਲਦੇ ਆ। ਮਹਾਰਾਜ ਮੈਨੂੰ ਮਾਫ ਕਰ ਲੈਣ ਗੁਰੂ ਅਰਜਨ ਦੇਵ ਜੀ, ਤੁਸੀਂ ਵੀ ਮੈਨੂੰ ਮਾਫ ਕਰਿਓ। ਇਸ ਦੁਸ਼ਟ ਦੀ ਬੋਲੀ ਬੋਲ ਕੇ ਦੱਸਣੀ ਪੈ ਰਹੀ ਹੈ। ਹਾਂਜੀ, ਇਮ ਪਾਪੀ ਨੇ ਹਿਰਦੇ ਵਿਚਾਰਾ। ਨਾਤਾਂ ਦਿਓ ਕੇ ਕਰੋ ਸੰਘਾਰਾ। ਪੜ੍ਹ ਦਿਓ। ਕਹਿ ਕਰ ਦੀਰਘ ਲੋਹ ਮੰਗਾਈ। ਧਰ ਉੱਪਰ ਤਰ ਅਗਨ ਜਲਾਈ। ਦੁਸ਼ਟ ਨੇ ਕਹਿ ਕੇ ਫਿਰ ਲੋਹ ਮੰਗਾਈ ਜੀ, ਲੋਹ ਜੀ, ਵੱਡੀ ਲੋਹ ਮੰਗਾਈ ਤੇ ਧਰ ਉੱਪਰ ਧਰ ਅਗਨ ਜਲਾਈ। ਥੱਲੇ ਲੱਕੜਾਂ ਰੱਖ ਕੇ ਲੱਕੜਾਂ ਬਾਲ ਦਿੱਤੀਆਂ। ਹਾਂਜੀ, ਸਮ ਤਾਂਬੇ ਕੇ ਤਪਤ ਕਰਾਈ। ਬਹੁਤ ਉਹਨੂੰ ਤਪਾਇਆ ਗਿਆ। 27 ਮਣ ਲੱਕੜਾਂ ਉਸ ਦਿਨ ਬਣੀਆਂ ਸਨ ਜੀ। 27 ਮਣ ਲੱਕੜ ਬਹੁਤ ਹੁੰਦੀ ਹੈ। ਸਮ ਤਾਂਬੇ ਕੇ ਤਪਤ ਕਰਾਈ। ਤਾਂਬਾ ਸੰਗਤ ਦੀ ਲਾਲ ਹੋ ਜਾਂਦਾ ਜੀ। ਹਾਂਜੀ, ਇੰਨੀ ਜ਼ਿਆਦਾ ਲੋਹ ਗਰਮ ਕੀਤੀ, ਇੰਨੀ ਜ਼ਿਆਦਾ ਕੀਤੀ ਵੀ ਅੱਗ ਦਾ ਹੀ ਰੂਪ ਹੋ ਗਈ ਤੇ ਤਾਂਬੇ ਵਾਂਗੂ ਤਪੇ ਤੇ ਲਾਲ ਰੰਗ ਦੀ ਹੋ ਗਈ ਜੀ ਲੋਹ ਜੀ। ਹਾਂਜੀ, ਦੇਖ ਪਾਤ ਕੀ ਲੀਏ ਬੁਲਾਈ। ਤੇ ਪਾਪੀ ਦੁਸ਼ਟ ਉਹਨੂੰ ਵੇਖ ਕੇ ਲੋਹ ਨੂੰ ਤੇ ਗੁਰੂ ਜੀ ਨੂੰ ਬਾਹਰ ਬੁਲਾਉਂਦਾ ਹੈ। ਇਸ ਪਰ ਖਰੇ ਹੋ ਤਪ ਸਹੋ। ਕਹਿੰਦਾ ਇਹਦੇ ਉੱਤੇ ਖਲੋਵੋ ਤੇ ਤਪ ਸਵੋ। ਹਾਂਜੀ, ਨਾਹੀਂ ਤਾਂ ਨਾਤਾ ਲੈਬੇ ਚਾਹੋ। ਨਹੀਂ ਤਾਂ ਰਿਸ਼ਤਾ ਮਨਜ਼ੂਰ ਕਰ ਲਓ। ਬਸ ਘੁੰਡੀ ਉੱਥੇ ਖਲੋਤੀ। ਕਈ ਬੰਦੇ ਘੁੰਡੀ ਛੱਡਦੇ ਹੀ ਨਹੀਂ ਜੀ। ਹਾਂਜੀ, ਗੁਰੂ ਨਾ ਉੱਤਰ ਦੀਨਸ ਕੋਈ। ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਨੇ ਕੋਈ ਉੱਤਰ ਨਹੀਂ ਦਿੱਤਾ ਜੀ। ਕੋਈ ਨਹੀਂ ਪਰਤ ਕੇ ਜਵਾਬ ਦਿੱਤਾ। ਲੋਹੋ ਅਰੂਡਨ ਉਰਮੈ ਹੋਈ। ਮਹਾਰਾਜ ਜੀ ਨੇ ਮਨ ਬਣਾ ਹੀ ਲਿਆ ਸੀ ਵੀ ਤੱਤੀ ਤਵੀ ਰਹਿ ਗਈ ਹੈ, ਇਹਦੇ ਤੇ ਵੀ ਚੌਂਕੜਾ ਮਾਰ ਹੀ ਲਈਏ ਜੀ। ਹਾਂਜੀ, ਆਦ ਚੰਡਾਲ ਜੇ ਕਿਨਹੋ ਨਿਹਾਰੇ। ਹਾਂਜੀ, ਸਭ ਹਿਨ ਹਾਹਾਕਾਰ ਉਚਾਰੇ। ਕਹਿੰਦੇ ਚੰਡਾਲ ਜਿਹੜੇ ਲਾਗੇ ਖਲੋਤੇ ਉਹ ਵੀ ਹਾਹਾਕਾਰ ਕਰਨ ਲੱਗ ਪਏ, ਰੋਣ ਲੱਗ ਪਏ। ਇਹ ਕੀ ਹੋ ਰਿਹਾ ਸਾਡੇ ਸਾਹਮਣੇ? ਸੰਗਤ ਜੀ ਅਸੀਂ ਵੇਖ ਲਈਏ, ਸਾਡੇ ਸਾਹਮਣੇ ਕਿਸੇ ਨੂੰ ਤੱਤੀ ਤਵੀ ਦੇ ਉੱਤੇ ਜ਼ਬਰਦਸਤੀ ਵੀ ਬਿਠਾਇਆ ਜਾਵੇ, ਉਹ ਨਹੀਂ ਵੀ ਬਹਿਣਾ ਚਾਹਵੇ ਤਾਂ ਵੀ ਦੁੱਖ ਹੁੰਦਾ ਵੇਖ ਕੇ। ਇਹ ਤੇ ਬਹੁਤੀ ਵੱਡੀ ਗੱਲ ਹੈ ਜੀ। ਹਾਂਜੀ, ਇਹ ਚੰਡਾਲਨ ਤੇ ਅਤ ਪਾਪੀ। ਚੰਡਾਲ ਲਾਗੇ ਸੋਚਦੇ ਵੀ ਚੰਦੂ ਜਿਹੜਾ ਹੈ ਨਾ, ਇਹ ਚੰਡਾਲਾਂ ਤੋਂ ਵੀ ਵੱਡਾ ਪਾਪੀ ਹੈ। ਹਾਂਜੀ, ਹਿਰਦੇ ਨਾ ਕਰੁਣਾ ਕੈ ਸਿਉ ਵਿਆਪੀ। ਇਹਦੇ ਮਨ 'ਚ ਕੋਈ ਦਇਆ ਤਰਸ ਨਾਮ ਦੀ ਚੀਜ਼ ਹੀ ਨਹੀਂ ਹੈਗੀ। ਇਹਦੇ ਮਨ 'ਚ ਦਇਆ ਤਰਸ ਆਉਂਦੀ ਨਹੀਂ ਹੈ। ਹਾਂਜੀ, ਚੜ੍ਹੇ ਲੋਹ ਪਰ ਭੇਥਰ ਠਾਂਡੇ। ਦੇਖ ਦੇਖ ਸਿੱਖਨ ਦੁਖ ਬਾਂਡੇ। ਵੀ ਲੋਹ ਦੇ ਉੱਤੇ ਮਹਾਰਾਜ ਗਰੀਬ ਨਵਾਜ ਚੜ ਗਏ ਜੀ। ਚੌਂਕੜਾ ਮਾਰ ਲਿਆ ਗੁਰੂ ਅਰਜਨ ਸਾਹਿਬ ਨੇ।
ਪੰਜੇ ਸਿੱਖ ਸਾਹਮਣੇ ਬੈਠੇ ਚੀਕਾਂ ਮਾਰਨ ਲੱਗ ਪਏ ਜੀ। ਅਸੀਂ ਸੁਣ ਨਹੀਂ ਸਕਦੇ। ਸੰਗਤ ਜੀ ਜਿਨ੍ਹਾਂ ਨੇ ਵੇਖਿਆ ਉਹਨਾਂ ਨੂੰ ਕਿੰਨਾ ਵੱਡਾ ਦੁੱਖ ਹੋਇਆ ਹੋਵੇਗਾ ਜੀ। ਹਾਂਜੀ, ਚਾਹੇ ਜਾਨ ਢਿੱਗ ਜਾਨ ਨਾ ਦੇਤੇ। ਉਹ ਮਹਾਰਾਜ ਦੇ ਲਾਗੇ ਜਾਣਾ ਚਾਹੁੰਦੇ ਵੀ ਤਵੇ ਤੋਂ ਫੜ ਕੇ ਲੈ ਆਈਏ, ਪਰ ਦੁਸ਼ਟ ਦੇ ਸਿਪਾਹੀ ਜਿਹੜੇ ਆ ਉਹ ਸਿੱਖਾਂ ਨੂੰ ਲਾਗੇ ਜਾਣ ਨਹੀਂ ਦਿੰਦੇ ਜੀ। ਰਸ ਰਿਨ ਬਾਂਧੇ ਦਿੜ ਕਰ ਲੇਤੇ। ਰਸਿਆਂ ਦੇ ਨਾਲ ਸਿੱਖਾਂ ਨੂੰ ਪੱਕੇ ਤਰੀਕੇ ਨਾਲ ਬੰਨ੍ਹ ਦਿੱਤਾ ਗਿਆ। ਗੁਰੂ ਕੇ ਸਿੱਖ ਲਾਗੇ ਨਹੀਂ ਜਾ ਸਕਦੇ ਜੀ। ਹਾਂਜੀ, ਅਗਨ ਬੇਪਰਜੈ ਸੀਲ ਕਰਿਓ ਹੈ। ਹਾਂਜੀ। ਡਰਤ ਗੁਰੂ ਤੇ ਤੇਜ ਹਰਿਓ ਹੈ। ਕਹਿੰਦੇ ਅੱਗ ਵੀ ਡਰ ਰਹੀ ਹੈ, ਪਰ ਮਹਾਰਾਜ ਦਾ ਉਹਨੂੰ ਹੁਕਮ ਹੈ ਵੀ ਤੂੰ ਇਹ ਕੰਮ ਨਹੀਂ ਕਰਨਾ। ਕਈ ਇਹ ਵੀ ਕਹਿੰਦੇ ਆ ਡਰਤ ਗੁਰੂ ਤੇ ਤੇਜ ਹਰਿਓ ਹੈ। ਅੱਗ ਨੇ ਤਪਾਉਣਾ ਹੀ ਛੱਡ ਦਿੱਤਾ। ਪਰ ਸੰਗਤ ਜੀ, ਜੇ ਅੱਗ ਤਪਾਉਣਾ ਛੱਡ ਦਿੰਦੀ ਹੈ ਫਿਰ ਗੁਰੂ ਜੀ ਦੀ ਵੱਡੀ ਵਡਿਆਈ ਕਿਵੇਂ ਜ਼ਾਹਰ ਹੁੰਦੀ ਹੈ। ਅੱਗ ਤਪਾਉਂਦੀ ਹੈ, ਚਾਰੋਂ ਤਰਫੋਂ ਅੱਗ ਬਰਸੇ, ਸੇਕ ਸੀ ਤਨ ਸਾੜਦਾ। ਛਾਲੇ ਛਾਲੇ ਹੋ ਗਿਆ ਜੁੱਸਾ ਸੱਚੀ ਸਰਕਾਰ ਦਾ। ਸਾਈਂ ਮੀਆਂ ਮੀਰ ਡਿੱਠਾ ਹਾਲ ਆ ਜਦ ਯਾਰ ਦਾ। ਹੋ ਵਿਆਕੁਲ ਰੋ ਪਿਆ ਚੀਕੇ ਤੇ ਤਾਹੀਂ ਮਾਰਦਾ। ਸੁਣ ਕਿਹਾ ਸਤਿਗੁਰਾਂ ਮੀਆਂ ਛੋਡੋ ਪ੍ਰੀਤੀ ਝਾਮ ਸੇ। ਕਿਆ ਹੁਆ ਤਨ ਤਪ ਰਹਾ ਮਨ ਸ਼ਾਂਤ ਹੈ ਹਰੀ ਨਾਮ ਸੇ। ਆਖੋ ਵਾਹਿਗੁਰੂ ਵਾਹਿਗੁਰੂ। ਕੀ ਹੋਇਆ? ਸਾਡਾ ਸਰੀਰ ਤਪ ਰਿਹਾ, ਮਨ ਤਾਂ ਵਾਹਿਗੁਰੂ ਦੇ ਨਾਮ ਨਾਲ ਠੰਡਾ ਹੈ ਨਾ। ਇਹ ਮਹਾਰਾਜ ਜੀ ਨੇ ਬਚਨ ਕੀਤਾ। ਹਾਂਜੀ, ਤਉ ਗੁਰੂ ਪਗ ਤਰਵਾ ਜਾਰੇ। ਮਹਾਰਾਜ ਜੀ ਦੇ ਚਰਨਾਂ ਦੀਆਂ ਤਲੀਆਂ ਜਿਹੜੀਆਂ ਹਨ ਉਹ ਸੜ ਚੁੱਕੀਆਂ ਹਨ। ਸਾਧ ਸੰਗਤ ਜੀ, ਪਾਪੀ ਮਾਸ ਤੇ ਨਾਲ ਹੀ ਚਿੰਬੜ ਜਾਂਦਾ। ਸਾਧ ਸੰਗਤ ਜੀ, ਹਾਂਜੀ, ਪਾਪੀ ਬੈਠਿਓ ਸਮੁਖ ਨਿਹਾਰੇ। ਦੁਸ਼ਟ ਪਾਪੀ ਕਮੀਨਾ ਚੰਦੂ ਜਿਹੜਾ ਸਾਹਮਣੇ ਬਹਿ ਕੇ ਵੇਖ ਰਿਹਾ ਹੈ। ਹਾਂਜੀ, ਪੁੰਨ ਕਹਿ ਕਰ ਤਰ ਅਗਨ ਜਰਾਈ। ਦੁਸ਼ਟ ਕਹਿ ਕੇ ਅੱਗ ਥੱਲੋਂ ਹੋਰ ਬੁਲਾ ਦਿੰਦਾ ਜੀ। ਪੂਰਬ ਕੇ ਸਮਸਰ ਤਪਤਾਈ। ਤੇ ਅੱਗ ਪਾ ਪਾ ਕੇ ਵੀ ਤਵੀ ਨੂੰ ਠੰਡੀ ਨਹੀਂ ਹੋਣ ਦਿੰਦਾ ਜੀ। ਲੋਹ ਨੂੰ ਠੰਡੀ ਨਹੀਂ ਹੋਣ ਦਿੰਦਾ ਜੀ। ਹਾਂਜੀ, ਚਿਤ ਬਾਂਸ਼ਤ ਹੋਏ ਦੁਖ ਤੇ ਹੀਨ। ਹਾਂਜੀ। ਮਨ ਹੈ ਨਾਤਾ ਡਰ ਚਿਤ ਚੀਨ। ਉਹ ਸੋਚਦਾ ਹੈ ਵੀ ਹੋਣੀ ਕੁਛ ਬੋਲਣ, ਹੋਣੀ ਕੁਝ ਬੋਲਣ। ਹਾਂਜੀ, ਤਿਸ ਦਿਨ ਸਤਿਗੁਰ ਕਛੂ ਨਾ ਬੋਲੇ। ਪਰ ਮਹਾਰਾਜ ਤੱਤੇ ਤਵੇ ਤੇ ਚੌਂਕੜਾ ਮਾਰਿਆ, ਕੋਈ ਬਚਨ ਨਹੀਂ ਬੋਲਿਆ। ਅੰਦਰ ਦੀ ਅਵਸਥਾ ਕੀ ਹੈ ਸਾਧ ਸੰਗਤ ਜੀ? ਉਹ ਇਹ ਹੈ, ਤੇਰਾ ਕੀਆ ਮੀਠਾ ਲਾਗੈ, ਤੇਰਾ ਕੀਆ ਮੀਠਾ ਲਾਗੈ। ਗੱਜ ਕੇ ਤੇਰਾ ਕੀਆ ਮੀਠਾ ਲਾਗੈ, ਤੇਰਾ ਕੀਆ ਮੀਠਾ ਲਾਗੈ। ਹਰ ਨਾਮ ਪਦਾਰਥ ਨਾਨਕ ਮੰਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਹਰ ਨਾਮ ਹਰ ਨਾਮ ਪਦਾਰਥ ਨਾਨਕ ਮੰਗੈ। ਤੇਰਾ ਕੀਆ ਮੀਠਾ ਲਾਗੈ, ਤੇਰਾ ਕੀਆ ਮੀਠਾ ਲਾਗੈ। ਤੇਰਾ ਕੀਆ ਮੀਠਾ ਲਾਗੈ, ਤੇਰਾ ਕੀਆ ਮੀਠਾ ਲਾਗੈ। ਮਹਾਰਾਜ ਦੇ ਅੰਦਰ ਦੀ ਇਹ ਅਵਸਥਾ ਹੈ। ਮਨ ਇਹ ਹੈ, ਚੇਤਾ ਰੱਖਿਓ, ਹੁਣੇ ਹੀ ਗੱਲ ਹੋ ਰਹੀ ਸੀ। ਚਿਹਰੇ ਤੋਂ ਬੰਦਾ ਖੁਸ਼ ਹੁੰਦਾ ਹੈ, ਅੰਦਰੋਂ ਦੁੱਖ ਹੁੰਦੇ ਆ ਜੀ। ਚਿਹਰੇ ਤੋਂ ਖੁਸ਼ ਹੋ ਕੇ ਵਿਖਾਉਂਦਾ, ਅੰਦਰ ਦੇ ਦੁੱਖ ਬੰਦਾ ਕਿਸੇ ਨੂੰ ਨਹੀਂ ਦੱਸਦਾ ਜੀ। ਅੰਦਰ ਕੀ ਹੈ ਬੰਦੇ ਦਾ, ਗੁਰੂ ਸਾਹਿਬ ਨੇ ਉਹ ਵੇਖਣਾ ਹੈ। ਸਤਿਗੁਰੂ ਬਾਹਰ ਦਾ ਚਿਹਰਾ ਵੇਖਦੇ, ਮਹਾਰਾਜ ਨੂੰ ਪਤਾ ਹੈ ਵੀ
ਬਾਹਰੋਂ ਖੁਸ਼ ਹੈ, ਅੰਦਰੋਂ ਦੁਖੀ ਹੈ। ਅੰਦਰ ਵੇਖਦੇ ਅੰਦਰ ਆ। ਹੁਣ ਕਮਾਲ ਦੀ ਗੱਲ ਹੈ, ਅਸੀਂ ਬਾਹਰੋਂ ਖੁਸ਼ ਵੇਖਦੇ ਹਾਂ, ਅੰਦਰੋਂ ਦੁਖੀ ਹੁੰਦੇ ਆ। ਸਤਿਗੁਰੂ ਬਾਹਰੋਂ ਦੁਖੀ ਵੇਖ ਰਹੇ ਆ, ਅੰਦਰੋਂ ਸੁਖੀ ਨੇ ਜੀ। ਇਹੋ ਹੀ ਫਰਕ ਹੈ ਜੀ। ਬਾਹਰੋਂ ਤੱਤੀ ਤਵੀ ਤੇ ਬੈਠੇ ਆ, ਤਨ ਬੜਾ ਦੁਖੀ ਹੈ, ਮਾਸ ਸੜ ਰਿਹਾ ਹੈ, ਬੁਰੇ ਹਾਲ ਹੈ ਸਰੀਰ ਦੇ। ਮਨ ਜਿਹੜਾ ਹੈ ਨਾ, ਉਹ ਸੁਖੀ ਹੈ ਜੀ। ਕਹਿੰਦੇ ਰੋਗ ਸੋਗ ਦੁੱਖ ਜਰਾ ਮਰਾ ਹਰ ਜਨਹਿ ਨਹੀਂ ਨਿਕਟਾ ਨਹੀਂ। ਹਾਂਜੀ, ਤਪਤ ਲੋਹ ਪਰ ਥਿਰੇ ਅਡੋਲੇ। ਮਹਾਰਾਜ ਅਡੋਲ ਥਿਰੇ ਹੋਏ ਨੇ ਜੀ ਤੱਤੀ ਤਵੀ ਦੇ ਉੱਤੇ ਜੀ। ਜਰਤ ਚਮਰ ਆਪਣੋ ਦਿਖਰਾਵੈ। ਆਪਣਾ ਸੜਦਾ ਹੋਇਆ ਸਰੀਰ, ਚਮੜੀ ਮਹਾਰਾਜ ਮਾਨੋ ਵਿਖਾ ਰਹੇ ਹੈ ਜੀ। ਅਗਨ ਤਾਪ ਤੇ ਪੀਰ ਨਾ ਪਾਵੈ। ਅਗਨੀ ਦੇ ਤਾਪ ਦੀ ਵੱਡੀ ਪੀੜ ਜਿਹੜੀ ਹੈ, ਉਹ ਮਹਾਰਾਜ ਵਿਖਾ ਨਹੀਂ ਰਹੇ ਵੀ ਸਾਨੂੰ ਹੋ ਰਹੀ ਹੈ। ਹਾਂਜੀ, ਅਜ਼ਮਤ ਨਹਿ ਜਾਣੈ ਕਿਮ ਇਹੀ। ਪਰ ਦੁਸ਼ਟ ਇਹ ਵੀ ਇਸ ਗੱਲ ਨੂੰ ਵੀ ਕਰਾਮਾਤ ਨਹੀਂ ਜਾਣਦਾ ਗੁਰੂ ਜੀ ਦੀ, ਵੀ ਕਿੱਡੀ ਵੱਡੀ ਗੱਲ ਹੈ। ਹਾਂਜੀ, ਪਰੇ ਫਲੂਹੇ ਸਗਰੀ ਦੇਹੀ। ਸਰੀਰ ਤੇ ਛਾਲੇ ਪਏ ਆ, ਕੁਝ ਫਿਸ ਰਹੇ ਆ। ਚਰਨ ਮਹਾਰਾਜ ਜੀ ਗਰੀਬ ਨਵਾਜ਼ ਜੀ ਦੇ ਉਹ ਸੜ ਰਹੇ ਆ। ਹਾਂਜੀ, ਫੇਰ ਨਹੀਂ ਪ੍ਰਤੀਤ ਉਪਾਵੈ। ਫਿਰ ਵੀ ਉਹਦਾ ਵੇਖ ਕੇ ਭਰੋਸਾ ਨਹੀਂ ਵੱਜ ਰਿਹਾ ਵੀ ਇਹ ਆਮ ਪੁਰਸ਼ ਨਹੀਂ ਹੈਗੇ। ਜਾਂਤੇ ਆਪਣੋ ਦੁੱਖ ਦਿਖਰਾਵੈ। ਹਾਂਜੀ, ਰਹੇ ਜਾਮ ਲਗ ਠਾਡੇ ਉਪਰ। ਵਾਹਿਗੁਰੂ ਗੱਜ ਕੇ ਆਖੋ, ਵਾਹਿਗੁਰੂ ਗੱਜ ਕੇ ਆਖੋ, ਵਾਹਿਗੁਰੂ ਗੱਜ ਕੇ। ਵਾਹਿਗੁਰੂ। ਇੱਕ ਪੈਰ 3.25 ਘੰਟੇ ਲਗਭਗ ਗੁਰੂ ਜੀ ਤੱਤੀ ਤਵੀ ਉੱਤੇ ਆਸਣ ਰੱਖਿਆ ਜੀ, ਜਿਹਦੇ ਉੱਤੇ 3 ਮਿੰਟ ਨਹੀਂ ਕੋਈ ਉਂਗਲ ਰੱਖ ਸਕਦਾ ਜੀ। ਤੱਤੀ ਤਵੀ ਉੱਤੇ 3 ਮਿੰਟ ਉਂਗਲ ਰੱਖ ਕੇ ਵਿਖਾ ਦਿਓ, ਤੁਹਾਡੇ ਪੈਰਾਂ 'ਚ, ਤੁਹਾਡੇ ਚਰਨਾਂ 'ਚ ਸਿਰ ਰੱਖ ਦਿਆਂਗੇ ਜੀ। ਇੰਨਾ ਲੰਮਾ ਸਮਾਂ ਸੱਚੀ ਸਰਕਾਰ ਬੈਠੇ ਰਹੇ ਜੀ। ਹਾਂਜੀ, ਪੁੰਨ ਉਤਰਾਏ ਥਿਰ ਗੁਰ ਭੂਪਰ। ਪਚਿਓ ਹਿਰਦੇ ਬਹੁ ਚਿਤ ਹੈ ਉਪਾਇਆ। ਫਿਰ ਉਤਾਰ ਦਿੱਤਾ ਗਿਆ ਜੀ। ਸਿੱਖ ਲਾਗੇ ਬੈਠੇ ਸਾਹਮਣੇ ਬੜਾ ਦੁਖੀ ਹੁੰਦੇ ਆ, ਬਹੁਤ ਦੁਖੀ ਹੁੰਦੇ ਆ। ਮਹਾਰਾਜ ਇਹਨੂੰ ਬਿਠਾ ਦਿੱਤਾ ਗਿਆ ਤੇ ਦੁਸ਼ਟ ਹੋਰ ਗੱਲਾਂ ਸੋਚ ਰਿਹਾ। ਹਾਂਜੀ, ਬੋਲਿਓ ਨਹੀਂ ਤਰਾਸ ਨਹਿ ਪਾਇਆ। ਹਾਂਜੀ, ਕੌਣ ਜਤਨ ਕਰ ਇਸੇ ਮਨਾਵੋ। ਕਹਿੰਦਾ ਕਿਹੜਾ ਯਤਨ ਹੋਵੇ ਵੀ ਇਹ ਮੇਰੀ ਗੱਲ ਮੰਨ ਲੈਣ। ਹਾਂਜੀ, ਕੋ ਸੰਕਟ ਐਸੋ ਦਿਖਰਾਵੋ। ਸੰਕਟ ਬਾਰੇ ਸੋਚਦਾ ਵੀ ਹੁਣ ਕਿਹੜਾ ਦਈਏ। ਜਿਸ ਤੇ ਅਧਿਕ ਤਰਾਸ ਕੋ ਪਾਏ। ਬੋਲੇ ਤਤ ਛਿਨ ਮੋਨ ਹਟਾਏ। ਬੋਲਦੇ ਨਹੀਂ, ਅੱਜ ਕਹਿਣ ਲੱਗਾ ਬੁਲਾਈਏ ਤੇ ਸਹੀ। ਬਸ ਚੁੱਪ ਹੀ ਮਾਰਦੀ। ਰੱਬ ਦਾ ਪਿਆਰਾ ਜਦੋਂ ਚੁੱਪ ਹੋ ਜਾਏ ਨਾ, ਫਿਰ ਉਹਦੀ ਚੁੱਪ ਮਾਰ ਦਿੰਦੀ ਬੰਦੇ ਨੂੰ ਜੀ। ਹਾਂਜੀ, ਇਹ ਵੱਡ ਧਰਮੀ ਧਰਮ ਸੰਭਾਰੈ। ਪ੍ਰਾਨ ਜਾਤ ਲੋ ਨਹੀਂ ਨਿਵਾਰੈ। ਹਾਂਜੀ, ਜਾਂ ਤੇ ਧਰਮ ਹਰਨ ਕੋ ਤਰਾਸਾ। ਦਿਖ ਰਾਮੋ ਪੁਨ ਪੁਰਵੋ ਆਸਾ। ਦੁਸ਼ਟ ਫਿਰ ਗੁਰੂ ਜੀ ਦਾ ਧਰਮ ਭੰਗ ਕਰਨਾ ਚਾਹੁੰਦਾ ਜੀ। ਸਾਡੇ ਬੰਦੇ ਆਪੇ ਹੀ ਕਰੀ ਬੈਠੇ ਧਰਮ ਭੰਗ ਜੀ। ਹਾਂਜੀ, ਧਰਮ ਭੰਗ ਕਰਨਾ ਚਾਹੁੰਦਾ ਜੀ, ਵੀ ਇਹ ਤੇ ਸੀਗਾ ਵੀ ਤਸੀਏ, ਹੁਣ ਧਰਮ ਭੰਗ ਕਰਦੇ ਆ। ਹਾਂਜੀ, ਇਮ ਨਿਸ਼ਚੈ ਕਰ ਮੂਰਖ ਮਾਨੀ। ਕਹੀ ਸਿਪਾਹਨ ਕੇ ਸੰਗ ਬਾਣੀ। ਸਿਪਾਹੀਆਂ ਨੂੰ ਦੁਸ਼ਟ ਚੰਦੂ ਪਾਪੀ ਕਹਿਣ ਲੱਗਾ। ਇੱਕ ਚਲ ਜਾਵੋ ਚੰਡਾਲਨ ਪਾਸ। ਕਹਿੰਦਾ ਇੱਕ ਚੰਡਾਲ ਕੋਲ ਜਾਓ। ਹਾਂਜੀ, ਆਜ ਭਾਈ ਕੋ ਗਊ ਨਿਵਾਸ। ਕਹਿੰਦਾ ਆਜ ਭਈ ਕੋ ਗਊ ਬਿਨਾਸ। ਜੇ ਕੋਈ ਅੱਜ ਗਾਂ ਮਰੀ ਹੈ, ਹਾਂਜੀ, ਤਿਸ ਕੋ ਚਰਮ ਉਤਾਰਤ ਲਿਆਇਓ। ਤੇ ਉਹਦਾ ਚੰਮ ਲਾ ਕੇ ਲੈ ਕੇ ਆਓ ਕਹਿਣ ਲੱਗਾ। ਹਾਂਜੀ, ਸਭ ਸਰੀਰ ਇਸ ਕੋ ਮੰਡਵਾਵੋ। ਤੇ ਉਹਦਾ ਚੰਮ ਲਾ ਕੇ ਲੈ ਕੇ ਆਓ ਤੇ ਉਹਦੇ ਚੰਮ ਵਿੱਚ ਗੁਰੂ ਜੀ ਦੇ ਸਰੀਰ ਨੂੰ ਮੜਨਾ ਹੈ ਕਹਿਣ ਲੱਗਾ। ਬੜੀ ਮਾੜੀ ਗੱਲ ਹੈ ਜੀ ਇਹ, ਕਿਸੇ ਜਾਨਵਰ ਦੀ ਚਮੜੀ ਦੇ ਵਿੱਚ ਸਰੀਰ ਮੜ ਦੇਣਾ ਜੀ। ਹਾਂਜੀ, ਸਤਿਗੁਰ ਸ਼੍ਰੋਨ ਸੁਨਾਏ ਬਖਾਨਾ। ਇਹ ਗੱਲ ਉੱਚੀ ਉਹਨੇ ਸੁਣਾ ਕੇ ਕਹੀ ਮਹਾਰਾਜ ਨੂੰ। ਹਾਂਜੀ, ਭੋਰ ਹੋਤ ਲਿਆਵੋ ਇਸ ਥਾਨਾ। ਵੀ ਸਵੇਰ ਹੋਣ ਤੱਕ ਇੱਥੇ ਲੈ ਕੇ ਆਓ। ਹਾਂਜੀ, ਬੈਠ ਨਿਕਟ ਦੁਖ ਦੇਉ ਮਹਾਨੋ। ਧਰਮ ਬਿਗਾਰ ਪ੍ਰਾਨ ਪੁਰਹਾਨੋ। ਜੇ ਨਹੀਂ
ਮਰੀ ਗਾਂ ਲੱਭਦੀ ਤੇ ਗਾਂ ਮਾਰ ਦਿਓ। ਤੇ ਸੰਗਤ ਜੀ ਆਪਣੇ ਵਾਸਤੇ ਮਹਾਰਾਜ ਨਹੀਂ ਚਾਹੁੰਦੇ ਵੀ ਸਾਡੇ ਵਾਸਤੇ ਕਿਸੇ ਜੀਵ ਨੂੰ ਮਾਰ ਦਿੱਤਾ ਜਾਵੇ ਜੀ। ਗਾਂ ਨੂੰ ਕਹਿੰਦੇ ਮਾਂ ਦਾ ਦਰਜਾ, ਪਤਾ ਕਿਉਂ? ਜੋ ਤੱਤ ਮਾਂ ਦੇ ਦੁੱਧ ਦਾ ਹੁੰਦਾ ਹੈ ਨਾ, ਬਿਲਕੁਲ ਹੂ ਬਹੂ ਉਹ ਤੱਤ ਗਾਂ ਦੇ ਦੁੱਧ ਦਾ ਹੁੰਦਾ ਹੈ ਜੀ। ਇਹ ਇੱਕ ਕਾਰਨ ਹੈ। ਬਾਕੀ ਸਿੱਖ ਧਰਮ 'ਚ ਐਸੀ ਗੱਲ ਨਹੀਂ ਹੈ ਵੀ ਗਾਂ ਸਿੱਖ ਦੀ ਮਾਂ ਹੈ, ਐਸੀ ਗੱਲ ਨਹੀਂ ਹੈ। ਪਰ ਫਿਰ ਵੀ ਸਿੱਖ ਨਹੀਂ ਚਾਹੁੰਦਾ ਵੀ ਸਾਡੇ ਵਾਸਤੇ ਕਿਸੇ ਪਸ਼ੂ ਨੂੰ ਹੀ ਮਾਰ ਦਿਓ। ਤੇ ਗੁਰੂ ਜੀ ਕਿਵੇਂ ਚਾਹਣਗੇ? ਗੁਰੂ ਜੀ ਤੇ ਸਾਰਿਆਂ ਤੇ ਦਇਆ ਕਰਨ ਵਾਲੇ ਆ, ਮੇਰਾ ਕਰਨ ਵਾਲੇ ਆ। ਹਾਂਜੀ, ਇਮ ਕਹਿ ਮੂਰਖ ਸਦਨ ਸਿਧਾਰਾ, ਇਹ ਕਹਿ ਕੇ ਮੂਰਖ ਆਪਣੇ ਘਰ ਚਲੇ ਗਿਆ ਜੀ। ਹਾਂਜੀ, ਕ੍ਰੋਧੀ ਕਪਟੀ ਬੜ ਹਤਿਆਰਾ, ਕ੍ਰੋਧੀ ਹੈ, ਕਪਟੀ ਹੈ, ਹਥਿਆਰਾ, ਦੁਸ਼ਟ ਕਮੀਨਾ ਹੈ। ਸੰਗਤ ਜੀ ਮੈਨੂੰ ਇੱਕ ਸਿੰਘ ਕਥਾ ਸੁਣਦਾ ਕਹਿਣ ਲੱਗਾ, ਕਹਿੰਦਾ ਜਦੋਂ ਤੁਸੀਂ ਕਥਾ ਕਰਦੇ ਮੈਂ ਮਨ 'ਚ ਗਾਲਾਂ ਕੱਢਣ ਡਿਆ ਹੁੰਦਾ, ਕਹਿੰਦਾ ਇਹਨਾਂ ਤੇ ਹੋਰ ਉਹਨੇ ਮੈਨੂੰ ਇੱਕ ਅੱਧੀ ਗੱਲ ਸੁਣਾਈ। ਮੈਂ ਕਿਹਾ ਨਾ ਨਾ ਨਾ, ਪਰ ਕੀ ਕਰੀਏ ਜੀ, ਸਿੱਖ ਕੋ ਨਹੀਂ ਬਰਦਾਸ਼ਤ ਹੁੰਦਾ ਜੀ। ਹਾਂਜੀ, ਸੋ ਦਿਨ ਗਇਓ ਬੀਤ ਨਿਸ ਆਈ, ਉਹ ਦਿਨ ਲੰਘ ਗਿਆ। ਉਸ ਦਿਨ ਧਰਤੀ ਦੇ ਉੱਤੇ ਬੜੀ ਵੱਡਾ ਇਹ ਗੱਲ ਵਰਤੀ, ਸਭ ਕੁਝ ਹੁੰਦਿਆਂ ਸੁਣਦਿਆਂ, ਤਾਕਤ ਹੁੰਦਿਆਂ ਸੁਣਦਿਆਂ ਵੀ ਕੋਈ ਤੱਤੀ ਤਵੀ ਉੱਤੇ ਬੈਠਾ ਹੋਵੇ ਜੀ। ਕਵੀ ਜੀ ਨੇ ਖੜੇ ਹੋਣ ਦਾ ਜ਼ਿਕਰ ਕੀਤਾ ਵੀ ਮਹਾਰਾਜ ਨੂੰ ਖੜਿਆਂ ਕੀਤਾ ਗਿਆ ਜੀ। ਤਾਕਤ ਦੇ ਹੁੰਦਿਆਂ ਸੁਣਦਿਆਂ ਸੰਗਤ ਜੀ ਇੰਝ ਹੋਣਾ, ਇਹ ਧਰਤੀ ਤੇ ਅਨੋਖੀ ਇੱਕ ਮਿਸਾਲ ਹੈ ਜੀ। ਹਾਂਜੀ, ਛਾਇਓ ਸਭ ਜਗ ਤਮ ਸਮੁਦਾਈ, ਛਾਇਓ ਸਭ ਜਗ ਤਮ ਸਮੁਦਾਈ, ਕਹਿਣ ਲੱਗੇ ਸ਼ਾਮਾਂ ਪੈ ਗਈਆਂ, ਹਨੇਰਾ ਛਾ ਗਿਆ ਜੀ। ਹਾਂਜੀ, ਅਰਧ ਰਾਤ ਜਾਨੀ ਜਬ ਹੋਈ, ਜਦੋਂ ਅੱਧੀ ਰਾਤ ਹੋਈ ਨਾ, ਅੱਧੀ ਰਾਤ, ਹਾਂਜੀ, ਨੁਖਾ ਅਗੀ ਕੀ ਸੁਨ ਸੁਨ ਰੋਈ, ਤੇ ਉਧਰ ਦੁਸ਼ਟ ਦੀ ਨਹੁੰ, ਉਹਨੂੰ ਪਤਾ ਲੱਗਾ ਵੀ ਕੱਲ ਗਾਂ ਮਾਰਨੀ ਹੈ ਉਚੇਚੀ। ਉਹਨੂੰ ਜਦੋਂ ਪਤਾ ਲੱਗਾ ਵੀ ਮਹਾਰਾਜ ਅੱਜ ਤੱਤੀ ਤਵੀ ਤੇ ਹੀ ਆਸਣ ਲਾਈ ਰੱਖਿਆ, ਉਹ ਸੁਣ ਸੁਣ ਕੇ ਰੋਂਦੀ ਰਹੀ ਜੀ। ਪਿਆਰ ਸੀ ਨਾ ਉਹਦਾ। ਹਾਂਜੀ, ਸੰਕਟ ਮਹਾ ਪਾਏ ਕਰ ਰੋਈ, ਉਹਨੂੰ ਬੜਾ ਹੀ ਦੁੱਖ ਹੋਇਆ ਜੀ, ਬਹੁਤ ਦੁੱਖ ਹੋਇਆ, ਬੜਾ ਉਹ ਜ਼ਿਆਦਾ ਰੋਈ ਮਹਾਰਾਜ ਦੀ ਯਾਦ 'ਚ। ਹਾਂਜੀ, ਖਾਨ ਪਾਨ ਗੁਰ ਕਰਹਿ ਨਾ ਕੋਈ, ਗੱਜ ਕੇ ਆਖੋ। ਉਹ ਸੋਚਦੀ ਵੀ ਮਹਾਰਾਜ ਨੇ ਕੁਝ ਛਕਿਆ ਨਹੀਂ, ਕੁਝ ਪੀਤਾ ਨਹੀਂ। ਮਹਾਰਾਜ ਗਰੀਬ ਨਵਾਜ਼ ਸੱਚੇ ਪਾਤਸ਼ਾਹ ਇੰਨਾ ਵੱਡਾ ਦੁੱਖ ਸਹਿ ਰਹੇ ਆ। ਹਾਂਜੀ, ਜਾਏ ਆਜ ਸੁਧ ਲੇਵੈ ਗੁਰ ਕੀ, ਕਹਿੰਦੀ ਅੱਜ ਮੈਂ ਜਾਨੀ ਖਬਰ ਲੈਣੀ ਹੈ। 2 ਦਿਨ ਹੋ ਗਏ ਸੀ ਦਰਸ਼ਨ ਕੀਤਿਆਂ ਨੂੰ, ਅੱਜ ਮੈਂ ਜਾਨੀ ਦਰਸ਼ਨ ਕਰਨ ਵਾਸਤੇ। ਸੰਗਤ ਜੀ ਪਿਆਰ ਵਾਲਿਆਂ ਨੂੰ ਤੇ ਦੁੱਖ ਹੁੰਦਾ ਹੀ ਹੈ ਜੀ, ਉਹਦਾ ਤੇ ਪਿਆਰ ਹੀ ਬਹੁਤ ਹੈ ਮਹਾਰਾਜ ਦੇ ਚਰਨਾਂ ਨਾਲ। ਹਾਂਜੀ, ਕਰਹਿ ਕਹਾਂ ਸੁਨਹੁ ਉਰ ਸਭ ਉਰ ਕੀ, ਹਾਂ ਕਿ ਫਿਰ ਪੜੋ, ਕਰਹਿ ਕਹਾਂ ਸੁਨਹੁ ਸਭ ਉਰ ਕੀ, ਕਰਹਿ ਕਹਾਂ ਸੁਨਹੁ ਸਭ ਉਰ ਕੀ। ਹੁਣ ਮਹਾਰਾਜ ਕੀ ਕਰਨਗੇ, ਦਿਲਾਂ ਦੀਆਂ ਜਾਣਦੇ ਨੇ, ਪਰ ਮੈਂ ਮਹਾਰਾਜ ਗਰੀਬ ਨਵਾਜ਼ ਨੂੰ ਪੁੱਛ ਕੇ ਆਵਾਂ। ਹਾਂਜੀ, ਸਭ ਤੇ ਚੋਰੀ ਚੱਲ ਕਰ ਆਈ, ਰਾਤ ਨੂੰ ਜਦੋਂ ਪਾਪੀ ਸੌਂ ਗਿਆ, ਪਰਿਵਾਰ ਸੌਂ ਗਿਆ, ਉਹ 9 ਸਾਰਿਆਂ ਤੋਂ ਚੋਰੀ ਚੱਲ ਕੇ ਸਾਧ ਸੰਗਤ ਦੀ ਆਈ ਹੈ। ਹਾਂਜੀ, ਖਰੇ ਸਿਪਾਹੀ ਝਿਰਕ ਹਟਾਈ, ਸਿਪਾਹੀਆਂ ਨੇ ਝਿੜਕ ਕੇ ਵਾਪਸ ਘੱਲ ਦਿੱਤਾ ਵੀ ਚਲੇ ਜਾ ਇੱਥੋਂ। ਹਾਂਜੀ, ਤਬ ਕੰਚਨ ਕੇ ਭੂਖਨ ਦੀਨ, ਫਿਰ ਉਹਨੇ ਆਪਣੇ ਸੋਨੇ ਦੇ ਗਹਿਣੇ ਸਿਪਾਹੀਆਂ ਨੂੰ ਦਿੱਤੇ ਜੀ, ਲਾਲਚ ਦਿੱਤਾ। ਅੰਤਰ ਬਰੀ ਦਰਸ ਗੁਰ ਕੀਨ, ਲਾਲਚ ਵਿੱਚ ਆ ਕੇ ਅੰਦਰ ਗਈ, ਸਤਿਗੁਰੂ ਜੀ ਦੇ ਦਰਸ਼ਨ ਕੀਤੇ। ਸਾਰੇ ਸਰੀਰ ਤੇ ਰੇਤਾ ਜੰਮਿਆ, ਮਹਾਰਾਜ ਜੀ ਦੇ ਚਰਨ ਸੜੇ ਹੋਏ ਹਨ, ਬੁਰੇ ਹਾਲ ਹੈ, ਸਰੀਰ ਛਾਲਿਆਂ ਨਾਲ ਭਰਿਆ ਹੋਇਆ। ਉਹਨੇ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕੀਤੇ ਜੀ। ਹਾਂਜੀ, ਹਾਥ ਜੋਰ ਤਬ ਖਰੀ ਵਿਚਾਰੀ, ਹੱਥ ਜੋੜ ਕੇ ਖੜੀ ਹੋ ਗਈ ਜੀ ਤੇ ਵਿਚਾਰ ਕੇ ਬੋਲੀ ਜੀ। ਹਾਂਜੀ, ਮੈਂ ਅਪਰਾਧਨ ਪ੍ਰਭੂ ਤੁਮਹਾਰੀ, ਇਹ ਸੱਚੇ ਪਾਤਸ਼ਾਹ ਮੇਰਾ ਸਹੁਰਾ ਸਭ ਕੁਝ ਕਰ ਰਿਹਾ, ਮੈਂ ਵੀ ਨਾਲ ਹੀ ਦੋਸ਼ੀ ਹੈਗੀ ਮਹਾਰਾਜ। ਹਾਂਜੀ, ਕਸ਼ਟ ਇਤੇ ਸੁਨ ਜੀਵਤ ਰਹੀ, ਇੰਨੇ ਕਸ਼ਟ ਤੁਹਾਨੂੰ ਹੋ ਰਹੇ ਆ, ਮੈਂ ਸੁਣ ਕੇ ਵੇਖ ਕੇ ਹੁਣ ਤੱਕ ਜਿਉਂਦੀ ਆ, ਮੇਰਾ ਇਹ ਵੀ ਦੁੱਖ ਹੈ ਮਹਾਰਾਜ, ਇਹ ਵੀ ਦੋਸ਼ ਹੈ।
ਸਿੱਖ ਜਿਹੜਾ ਉਹ ਆਪਣੇ ਗੁਰੂ ਦੀ ਨਿੰਦਿਆ ਨਹੀਂ ਸੁਣ ਸਕਦਾ ਤੇ ਵੇਦ ਵੀ ਕਿਵੇਂ ਵੇਖੇਗਾ। ਹਾਂਜੀ, ਦੁਸ਼ਟ ਕੁਟੰਬ ਤਜਿਓ ਮੈਂ ਨਹੀਂ। ਮਹਾਰਾਜ ਮੈਨੂੰ ਚਾਹੀਦਾ ਸੀ ਹੁਣ ਤੱਕ ਇਹਦਾ ਘਰ ਹੀ ਛੱਡ ਕੇ ਚਲ ਜਾਣਾ, ਮੈਂ ਇਹਦੇ ਘਰ 'ਚ ਹੀ ਬੈਠੀ ਆ, ਮੈਂ ਵੀ ਦੋਸ਼ੀ ਹੈਗੀ ਮਹਾਰਾਜ। ਪਿਆਰ ਵਾਲੇ ਨਾ ਆਪਣਾ ਦੋਸ਼ ਕੱਢਦੇ ਆ, ਗੱਜ ਕੇ ਆਖੋ ਵਾਹਿਗੁਰੂ। ਤੇ ਦੂਜਾ ਦੂਜੇ ਦਾ ਦੋਸ਼ ਕੱਢਦਾ ਹੈ ਜੀ। ਪਿਆਰ ਵਾਲੇ ਆਪਣਾ ਦੋਸ਼ ਕੱਢਦੇ ਆ, ਕਹਿੰਦੀ ਮਹਾਰਾਜ ਮੇਰਾ ਹੀ ਕਸੂਰ ਹੈ, ਹੁਣ ਤੱਕ ਮੈਨੂੰ ਛੱਡ ਕੇ ਚਲ ਜਾਣਾ ਚਾਹੀਦਾ ਸੀਗਾ। ਹਾਂਜੀ, ਚੱਲ ਹੈ ਨਹੀਂ ਕੁਛ ਮੇਰੋ ਚਾਰਾ। ਮੇਰਾ ਮਹਾਰਾਜ ਮੈਂ ਕੀ ਕਰਾਂ, ਮੇਰਾ ਚਾਰਾ ਹੀ ਨਹੀਂ ਕੋਈ ਚੱਲਦਾ। ਹਾਂਜੀ, ਨਿਜ ਮਰਨੋ ਇੱਕ ਹਾਥ ਮਝਾਰਾ। ਗੱਜ ਕੇ ਆਖੋ ਮੇਰਾ ਚਾਰਾ ਨਹੀਂ ਚੱਲਦਾ, ਹੁਣ ਤਾਂ ਮਰਨਾ ਹੀ ਹੈਗਾ ਮਹਾਰਾਜ ਮੇਰੇ ਕੋਲ, ਮੈਨੂੰ ਹੁਕਮ ਕਰੋ, ਮੈਂ ਹੁਣੇ ਹੀ ਅੱਜ ਹੀ ਮਰ ਜਾਣਾ ਚਾਹੁੰਦੀ ਹਾਂ। ਹਾਂਜੀ, ਸੁਨ ਸਤਿਗੁਰ ਬੋਲੇ ਸੁਖਦਾਇਕ। ਮਹਾਰਾਜ ਗਰੀਬ ਨਵਾਜ ਵੇਖੋ ਇੰਨਾ ਕੁਝ ਹੋ ਗਿਆ, ਆਮ ਬੰਦਾ ਹੌਸਪੀਟਲ 'ਚ ਵੀ ਹੋਵੇ ਤੇ ਤੜਪੇਗਾ ਸੰਗਤ ਜੀ। ਮਹਾਰਾਜ ਗਰੀਬ ਨਵਾਜ ਸੁਖਦਾਈ, ਸੁਖ ਦੇਣ ਵਾਲੇ ਸਤਿਗੁਰੂ ਇਸ ਤਰ੍ਹਾਂ ਬੋਲੇ ਜੀ। ਨਹੀਂ ਸੁਤਾ ਤੂੰ ਇਸ ਘਰ ਲਾਇਕ। ਧੀਏ ਤੂੰ ਇਸ ਘਰ ਦੇ ਯੋਗ ਨਹੀਂ ਹੈਗੀ ਕਹਿਣ ਲੱਗੇ। ਹਾਂਜੀ, ਭਈ ਪ੍ਰਭਾਤ ਕਰੈ ਤਬ ਤਿਆਰੀ। ਧੀਏ ਹੁਣ ਚਿੰਤਾ ਨਾ ਕਰ, ਮਹਾਰਾਜ ਕਹਿੰਦੇ ਕੱਲ ਚਾਲਾ ਮਾਰ ਦਿਆਂਗੇ ਕਹਿਣ ਲੱਗੇ, ਤੈਨੂੰ ਵੀ ਨਾਲ ਲੈ ਜਾਾਂਗੇ। ਹਾਂਜੀ, ਚਲਬੋ ਚਹੈ ਚਲ ਸੰਗ ਹਮਾਰੀ। ਤੂੰ ਸਰੀਰ ਤਿਆਗਣਾ ਹੀ ਹੈ, ਮਹਾਰਾਜ ਕਹਿੰਦੇ ਸਾਡੇ ਨਾਲ ਹੀ ਤਿਆਗੀ ਕਹਿਣ ਲੱਗੇ। ਕਿੰਨੀ ਭਾਗਾਂ ਵਾਲੀ ਦੀ। 2 ਵਾਰੀ ਚੰਦੂ ਦੀ ਨਹੁੰ ਨੇ ਆ ਕੇ ਉਸ ਸਮੇਂ ਸਤਿਗੁਰੂ ਜੀ ਦੇ ਦਰਸ਼ਨ ਕੀਤੇ ਜੀ। ਹਾਂਜੀ, ਬੋਲੀ ਸੇਵ ਜਥਾ ਮੈਂ ਲਾਇਕ। ਕਹਿਣ ਲੱਗੇ ਗਰੀਬ ਨਵਾਜ ਮੇਰੇ ਲਾਇਕ ਕੀ ਸੇਵਾ ਹੈ। ਹਾਂਜੀ, ਕਹਿ ਦੀਜੈ ਸੋ ਕਰੋ ਸੁਭਾਇਕ। ਮਹਾਰਾਜ ਮੈਂ ਉਹ ਹੁਣੇ ਕਰਾਂ, ਮੈਂ ਬਹੁਤ ਦੁਖੀ ਹਾਂ ਸੱਚੇ ਪਾਤਸ਼ਾਹ। ਹਾਂਜੀ, ਕਿਰਪਾ ਕਰੀ ਅਬ ਮੋਹਿ ਬਤਾਵਾ। ਤਿਆਗੋ ਪ੍ਰਾਨ ਨਾ ਜੀਵਨ ਭਾਵਾ। ਮਹਾਰਾਜ ਮੈਂ ਤੇ ਉਦਣ ਦੀ ਮਰਨਾ ਚਾਹੁੰਦੀ ਸਾਂ, ਅੱਜ ਮੇਰੇ ਤੇ ਮਿਹਰ ਕਰ ਦਿੱਤੀ ਹੈ ਮਹਾਰਾਜ, ਹੁਣ ਕੱਲ ਨਾਲ ਹੀ ਲੈ ਕੇ ਜਾਇਓ। ਸੰਗਤ ਜੀ ਇਹਨੂੰ ਆਤਮ ਹੱਤਿਆ ਵਾਲੇ ਪਾਸੇ ਨਾ ਗੱਲ ਲੈ ਜਿਓ, ਸਿੱਖ ਆਪਣੇ ਗੁਰੂ ਦੀ ਬੇਦਬੀ ਜਾਰੀ ਨਹੀਂ ਸਕਦਾ ਜੀ। ਹਾਂਜੀ, ਗੁਰ ਕਹੈ ਹਮਰੇ ਚਾਹ ਨਾ ਕੋਈ। ਜਾਹੋ ਅਬੇ ਕਰ ਚਿਤ ਰੁਚ ਜੋਈ। ਉਹ ਕਹਿੰਦੀ ਮਹਾਰਾਜ ਹੁਕਮ ਕਰੋ, ਮੈਨੂੰ ਕੋਈ ਸੇਵਾ ਦੱਸੋ। ਮਹਾਰਾਜ ਕਹਿੰਦੇ ਧੀਏ ਸਾਨੂੰ ਕੋਈ ਚਾਹ ਹੀ ਨਹੀਂ ਹੈਗੀ, ਜਾ ਜਾ ਕੇ ਆਪਣਾ ਕੰਮ ਕਰ, ਭਜਨ ਕਰ, ਸਵੇਰੇ ਸਰੀਰ ਤਿਆਗਣਾ, ਤੈਨੂੰ ਨਾਲ ਹੀ ਲੈ ਜਾਾਂਗੇ ਕਹਿਣ ਲੱਗੇ। ਆਖੋ ਵਾਹਿਗੁਰੂ ਵਾਹਿਗੁਰੂ। ਤੈਨੂੰ ਨਾਲ ਹੀ ਲੈ ਜਾਾਂਗੇ। ਹਾਂਜੀ, ਸੁਨ ਗਮਨੀ ਮ੍ਰਿਤ ਨਿਸ਼ਚੈ ਕਰਕੇ। ਉਹਨੇ ਸ਼ੁਕਰ ਮਨਾਇਆ ਜੀ ਵੀ ਇਸ ਦੁਸ਼ਟ ਦੇ ਘਰੋਂ ਮੈਨੂੰ ਨਜਾਤ ਮਿਲੇਗੀ, ਚਲੇ ਗਈ ਜੀ ਉਹ। ਹਾਂਜੀ, ਕਿਆ ਫਲ ਪੈਹੋਂ ਪ੍ਰਾਨਨ ਧਰ ਕੇ। ਉਹ ਕਹਿੰਦੀ ਫਲ ਮਿਲੇਗਾ ਵੀ ਕੀ ਜੇ ਮੈਂ ਜਾਨ ਬਚਾ ਲਾਂਗੀ। ਹਾਂਜੀ, ਬਿਤੀ ਵਿਭਾਵਰ ਭਈ ਪ੍ਰਭਾਤੀ। ਅਗਲਾ ਦਿਨ ਸਾਧ ਸੰਗਤ ਜੀ ਹੋਇਆ, ਬੈਠੇ ਰਹੇ ਗੁਰੂ ਤਿਸ ਭਾਂਤੀ। ਮਹਾਰਾਜ ਉਸੇ ਤਰ੍ਹਾਂ ਬੈਠੇ, ਅੱਜ 4 ਦਿਨ ਹੋ ਗਏ ਹੈ, ਕੋਈ ਜਲ ਪਾਣੀ ਨਹੀਂ ਛਕਿਆ ਤੇ ਤਸੀਹੇ ਅੰਤਾਂ ਦੇ ਸਹੇ ਹੈ ਜੀ। 4 ਦਿਨ ਹੋ ਗਏ, ਛਕਿਆ ਤੇ ਸਿੱਖਾਂ ਨੇ ਵੀ ਨਹੀਂ ਕੁਝ ਹੈਗਾ ਜੀ। ਹਾਂਜੀ, ਸਗਰੇ ਨਗਰ ਪਰਿਓ ਬੜ ਰੌਰਾ। ਲਾਹੌਰ ਦੇ ਵਿੱਚ ਰੌਲਾ ਪੈਣਾ ਸ਼ੁਰੂ ਹੋ ਗਿਆ ਜੀ, ਵੀ ਸਾਰੀ ਦਿਹਾੜੀ ਅੱਗ ਦੇ ਭਾਂਬੜ ਮੱਚਦੇ ਆ। ਮਹਾਰਾਜ ਚੰਦੂ ਦੇ ਹਵੇਲੀ ਵਿੱਚ ਨੇ, ਚੰਦੂ ਕਰ ਕੀ ਰਿਹਾ, ਤੇ ਗੱਲਾਂ ਬਾਹਰ ਵੀ ਨਿਕਲਦੀਆਂ ਵੀ ਉਬਲਦੀ ਦੇਗ 'ਚ ਬਿਠਾਇਆ ਮਹਾਰਾਜ ਨੂੰ, ਤੱਤੀ ਤਵੀ ਤੇ ਬਿਠਾਇਆ, ਗੱਲਾਂ ਤੇ ਬਾਹਰ ਨਿਕਲਦੀਆਂ ਹੀ ਆ। ਲਾਹੌਰ ਦੇ ਵਿੱਚ ਰੌਲਾ ਪੈਣਾ ਸ਼ੁਰੂ ਹੋ ਗਿਆ। ਹਾਂਜੀ, ਘਰ ਘਰ ਦਰ ਦਰ ਠੌਰੈ ਠੌਰਾ। ਘਰ ਘਰ ਵਿੱਚ ਹਰ ਦਰਵਾਜ਼ੇ ਤੇ ਇਹੋ ਹੀ ਚਰਚਾ ਹੋ ਰਹੀ ਹੈ, ਦੁਸ਼ਟ ਚੰਦੂ ਕੁੱਤਾ ਪਾਪੀ ਬੜਾ ਮਾੜਾ ਕਰ ਰਿਹਾ ਹੈ। ਹਾਂਜੀ, ਬਾਰ ਬਾਰ ਤਿਸ ਪੌਰ ਅਗਾਰੀ। ਸੰਗਤਾਂ ਬਾਰ ਬਾਰ ਨਾ ਉਹਦੀ ਹਵੇਲੀ ਦੇ ਦਰਵਾਜ਼ੇ ਦੇ ਅੱਗੇ ਜਾਂਦੀਆਂ ਨੇ ਵੀ ਕਿਸੇ ਤਰੀਕੇ ਨਾਲ ਦਰਵਾਜ਼ਾ ਤੋੜ ਕੇ ਹੀ ਅੰਦਰ ਚਲੇ ਜਾਈਏ। ਫਿਰ ਜਾਤ ਨਿਹਾਰ ਨਿਹਾਰੀ। ਫਿਰ ਵੀ ਦਰਵਾਜ਼ਾ ਵੇਖ ਵੇਖ ਕੇ ਜਾਂਦੀਆਂ ਵੀ ਕੋਈ ਅੰਦਰੋਂ ਆਵਾਜ਼ ਸੁਣੀਏ, ਕੋਈ ਗੱਲ ਦਾ ਪਤਾ ਲੱਗੇ। ਬੜੀਆਂ ਪਰੇਸ਼ਾਨ ਨੇ ਸੰਗਤਾਂ।
ਹਾਂਜੀ। ਨਿਸ ਦਿਨ ਰਹਿ ਕੀ ਵਾਰ ਅਸੰਜਤ। ਪਰ ਉਸ ਦਿਨ ਦਾ ਦੁਸ਼ਟ ਨੇ ਹਵੇਲੀ ਦਾ ਵੱਡਾ ਦਰਵਾਜ਼ਾ ਪੱਕਾ ਹੀ ਬੰਦ ਕਰਾਇਆ ਸੀਗਾ ਜੀ। ਹਾਂਜੀ ਬਾਂਸ਼ਤ ਚਿਤ ਕਿਮ ਹੋਏ ਸੋ ਭੰਜਤ। ਹਾਂਜੀ। ਕਿਆ ਇਹ ਕਰੈ ਲਖੀ ਨਹਿ ਜਾਈ। ਸੰਗਤਾਂ ਸੋਚ ਰਹੀਆਂ ਵੀ ਅੰਦਰ ਪਤਾ ਨਹੀਂ ਪਾਪੀ ਕੀ ਕਰਦਾ ਹੋਏਗਾ, ਸਮਝ ਨਹੀਂ ਆ ਰਹੀ। ਵਹਿਰ ਗੁਰੂ ਨਿਕਸੇ ਨਾ ਕਦਾਈ। ਮਹਾਰਾਜ ਉਸ ਦਿਨ ਦੇ ਅੰਦਰ ਗਏ, 5 ਦਿਨ ਹੋ ਗਏ, ਰਾਤ ਨੂੰ ਗਏ ਸਨ ਮਹਾਰਾਜ, ਤੇ ਬਾਹਰ ਨਹੀਂ ਆਏ। ਪਿਆਰ ਵਾਲੇ ਬੈਰਾਗ ਵੀ ਕਰਦੇ ਆ, ਬੜੀ ਚਿੰਤਾ ਵੀ ਹੈ। ਹਾਂਜੀ ਪੰਚੋਂ ਸਿੱਖ ਨਹੀਂ ਪੁਨਹੇਰੇ। ਸਿੱਖ ਗੱਲਾਂ ਕਰਦੇ ਵੀ ਬਾਬਾ ਬਿਧੀ ਚੰਦ ਹੋਣੀ ਵੀ ਨਹੀਂ ਵੇਖੇ ਉਦਣ ਦੇ, 5 ਸਿੱਖ ਵੀ ਨਹੀਂ ਵੇਖੇ ਉਦਣ ਦੇ। ਹਾਂਜੀ ਭਏ ਕਹਾਂ ਬਚ ਸੁਨੇ ਨਾ ਫੇਰੇ। ਕਿੱਥੇ ਚਲੇ ਗਏ, ਕੋਈ ਗੱਲ ਸੁਣੀ ਨਹੀਂ ਬਾਅਦ ਵਿੱਚ। ਹਾਂਜੀ ਦੁਰ ਦੁਰ ਮਿਲਹਿ ਕਰੈ ਗੁਰਬਾਤ। ਛੁਪ ਛੁਪ ਕੇ ਸਿੱਖ ਮਿਲਦੇ ਆ ਤੇ ਗੁਰੂ ਜੀ ਦੀਆਂ ਗੱਲਾਂ ਕਰ ਰਹੇ। ਕਿਉਂ? ਸਰਕਾਰ ਦੀ ਬੜੀ ਖੇਡ ਹੈ ਸਾਧ ਸੰਗਤ ਜੀ। ਆ ਸਰਕਾਰ ਨੇ ਗਧੀ ਗੇੜ ਚ ਪਾਇਆ ਕਿ ਨਹੀਂ? ਕਿਵੇਂ ਸਾਰੇ ਚਾਹਣ ਤੇ ਹੁਣੇ ਹੀ ਸਭ ਕੁਝ ਖੋਲ ਦੇਣ, ਚਾਹਣ ਤੇ ਹੁਣੇ ਹੀ ਲੋਕਡਾਊਨ ਲਾ ਦੇਣ ਜੀ। ਸਰਕਾਰ ਦੀ ਖੇਡ ਹੈ ਨਾ। ਛੁਪ ਛੁਪ ਕੇ ਸਿੱਖ ਮਿਲ ਮਿਲ ਕੇ ਗੱਲਾਂ ਕਰਦੇ ਆ। ਹਾਂਜੀ ਕਰਹਿ ਪਾਤ ਕੀ ਕਿਆ ਉਤਪਾਤ। ਵੀ ਅੰਦਰ ਪਾਪੇ ਦੁਸ਼ਟ ਪਤਾ ਨਹੀਂ ਕਿਹੜਾ ਉਤਪਾਤ ਕਰ ਰਿਹਾ ਹੋਏਗਾ। ਹਾਂਜੀ ਜਬ ਕੋ ਅੰਤਰ ਲੈ ਪਰਵੇਸ਼ਾ। ਹਾਂਜੀ ਕਿਮ ਕਲੇਸ਼ ਦੇ ਸੁਨਿਓ ਨਾ ਲੇਸ਼ਾ। ਹਾਂਜੀ ਬਸ ਨ ਚਲਹਿ ਜਤਨ ਕੁਛ ਹੋਏ ਨਾ। ਸੰਗਤ ਕੀ ਕਰੇ, ਵਸ ਨਹੀਂ ਚੱਲਦਾ, ਕੋਈ ਯਤਨ ਨਹੀਂ ਹੁੰਦਾ। ਅਸਲ 'ਚ ਨਾ ਮਹਾਰਾਜ ਦੀ ਆਪਣੀ ਖੇਡ ਹੈ, ਗੁਰੂ ਅਰਜਨ ਸਾਹਿਬ ਜੀ ਦੀ। ਜੇ ਮਹਾਰਾਜ ਚਾਹੁੰਦੇ ਸੰਗਤ ਦੇ ਮਨ 'ਚ ਫੁਰਨਾ ਬਣਾਉਂਦੇ, ਦਰਵਾਜ਼ਾ ਤੋੜ ਕੇ ਅੰਦਰ ਆ ਜਾਣਾ ਸੀ। ਮਹਾਰਾਜ ਦੀ ਆਪਣੀ ਖੇਡ ਹੈ। ਜਿਹੜੇ 5 ਬੈਠੇ ਆ ਉਹਨਾਂ ਨੂੰ ਵੀ ਕਹਿੰਦੇ ਆ ਹਮਨੇ ਇਮਹੀ ਕਾਰਜ ਕਰਨਾ। 84 ਸਿੱਧਾਂ ਨੂੰ ਮੋੜ ਦਿੱਤਾ ਹੈ ਵੀ ਤੁਸੀਂ ਜਾਓ। ਸਿੱਧ ਆ ਕੇ ਹੁਕਮ ਮੰਨਦੇ, ਉਹਨਾਂ ਦੀ ਨਹੀਂ ਚੱਲੀ ਤੇ ਬੰਦੇ ਵਿਚਾਰੇ ਕੀ ਚੀਜ਼ਾਂ ਹੈਗੀਆਂ ਨੇ ਜੀ। ਹਾਂਜੀ ਸ਼ਾਹ ਸਮੀਪੀ ਜੁਤ ਢਿਗ ਕੋਏ ਨਾ। ਹਾਂਜੀ ਧਰਮਸ਼ਾਲਾ ਮਿਲ ਮਿਲ ਪਛਤਾਵੇ। ਸੰਗਤਾਂ ਧਰਮਸ਼ਾਲਾ ਵਿੱਚ ਮਿਲ ਮਿਲ ਕੇ ਪਛਤਾ ਰਹੀਆਂ ਵੀ ਹੋ ਰਿਹਾ, ਕੁਝ ਕਰ ਨਹੀਂ ਸਕਦੇ। ਮਹਾਰਾਜ ਦੀ ਆਪਣੀ ਖੇਡ ਹੈ ਸਾਧ ਸੰਗਤ ਦੀ ਇਹ ਸਾਰੀ। ਹਾਂਜੀ ਨਹਿ ਦਿਨ ਮੈਂ ਵਿਵਹਾਰ ਚਲਾਵੇਂ। ਤੇ ਨਹਿ ਦਿਨ ਮੈਂ ਵਿਵਹਾਰ ਚਲਾਵੇਂ। ਸੰਗਤਾਂ ਦਾ ਦਿਨੇ ਕੰਮ ਤੇ ਜਾਣ ਨੂੰ ਵੀ ਜੀ ਨਹੀਂ ਕਰਦਾ ਜੀ, ਵੀ ਅਸੀਂ ਕਿਸੇ ਕੰਮ ਤੇ ਜਾਈਏ, ਨਹੀਂ, ਉਹ ਵੀ ਨਹੀਂ ਜੀ ਕਰਦਾ। ਖਾਨ ਪਾਨ ਰੁਚ ਤੇ ਨਹਿ ਕਰੇ। ਇਧਰੋਂ ਸੰਗਤਾਂ ਵੀ ਰੁਚੀ ਦੇ ਨਾਲ ਖਾਂਦੀਆਂ ਪੀਂਦੀਆਂ ਨਹੀਂ ਹਨ। ਜੀ ਨਹੀਂ ਕਰਦਾ ਕੁਝ ਖਾਣ ਨੂੰ, ਜੀ ਨਹੀਂ ਕਰਦਾ ਕੁਝ ਪੀਣ ਨੂੰ। ਹਾਂਜੀ ਸਤਿਗੁਰ ਪਾਪੀ ਕੇ ਬਸ ਪਰੇ। ਤੇ ਸੋਚਦੇ ਆ ਵੀ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੂੰ ਪਾਪੀ ਨੇ, ਦੁਸ਼ਟ ਨੇ ਫੜਿਆ ਹੋਇਆ, ਪਤਾ ਨਹੀਂ ਕੀ ਕਰ ਰਿਹਾ ਹੋਏਗਾ। ਹਾਂਜੀ ਚਿਰੰਕਾਲ ਕੋ ਦ્વੈਸ਼ ਕਰੰਤਾ। ਵੀ ਲੰਮੇ ਸਮੇਂ ਦੀ ਈਰਖਾ ਸੀਗੀ ਇਹਦੇ ਮਨ ਵਿੱਚ। ਹਾਂਜੀ ਨਿਕਟ ਮੁਗਲ ਚੁਗਲੀ ਉਗਲੰਤਾ। ਮੁਗਲਾਂ ਦੇ ਕੋਲ ਰਹਿ ਕੇ ਚੁਗਲੀਆਂ ਮਹਾਰਾਜ ਦੇ ਪਰਥਾਏ ਕਰਦਾ ਹੁੰਦਾ ਸੀਗਾ। ਹਾਂਜੀ ਸਤਿਗੁਰ ਨਾਤਾ ਲੇਹ ਨਾ ਕਬੈ। ਤੇ ਮਹਾਰਾਜ ਨੇ ਹੁਣ ਰਿਸ਼ਤਾ ਤੇ ਲੈਣਾ ਹੀ ਨਹੀਂ ਹੈ। ਹਾਂਜੀ ਇਹ ਮਨਵਾਵਤ ਲਖੀਅਤ ਅਬੈ। ਲੱਗਦਾ ਵੀ ਮਨਾਉਂਦਾ ਮਹਾਰਾਜ ਨੂੰ। ਹਾਂਜੀ ਹੱਠ ਕੋ ਤਿਆਗ ਹੈ ਲੇਹ ਸਗਾਈ। ਹਾਂਜੀ ਇਹ ਬਾਤ ਆਸ਼ੇ ਬਨ ਆਈ। ਹੁਣ ਤਾਂ ਸੰਗਤ ਦੀ ਆਪਸ 'ਚ ਗੱਲਾਂ ਕਰਨ ਲੱਗ ਪਈ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਹੱਠ ਨੂੰ ਛੱਡ ਦੇਣ ਤੇ ਸਗਾਈ ਲੈ ਲੈਣ ਤੇ ਸਾਰਾ ਰੌਲਾ ਹੀ ਮੁੱਕ ਜਾਵੇ। ਕਈ ਵਾਰੀ ਇੱਕ ਬੰਦੇ ਦੇ ਹੱਥ 'ਚ ਹੀ ਸਾਰਾ ਕੁਝ ਹੁੰਦਾ ਸਾਧ ਸੰਗਤ ਦੀ। ਅਸਲ 'ਚ ਸਾਰਾ ਪਾਪ ਮੜਿਆ ਹੀ ਇਹਦੇ ਹੱਥ 'ਚ ਜਾਣਾ ਹੈ ਜੀ, ਇਹਦੇ ਸਿਰ ਹੀ ਮੜਿਆ ਜਾਣਾ ਹੈ। ਹਾਂਜੀ ਦੋਹਰਾ ਉਠਿਓ ਪ੍ਰਾਤ ਚੰਦੂ ਦੁਸ਼ਟ ਚਿਤਵਤ ਚਿਤ ਗੁਰਬਾਤ। ਉਧਰੋਂ ਦਿਨੇ ਦੁਸ਼ਟ ਉੱਠਿਆ, ਉੱਠਦਿਆਂ ਸਾਰ ਇਸੇ ਗੱਲ ਦੀ ਸੋਚਾਂ ਸੋਚ ਰਿਹਾ। ਆਜ ਮਨਾਵੋ ਜਿਮ ਚਾਹੋ ਨਾਹੀ ਤਾਂ ਕਰਹੋ ਘਾਤ। ਅੱਜ ਮੈਂ ਮਨਾਵਾਂਗਾ, ਨਹੀਂ ਤੇ ਫਿਰ ਮਾਰਨ ਦੀ ਗੱਲ ਕਰ ਰਿਹਾ। ਸੋ ਮਹਾਰਾਜ ਜੀ ਦੇ ਸਰੀਰ ਤਿਆਗਣ ਦਾ ਜਿਹੜਾ ਪ੍ਰਸੰਗ ਹੈ ਉਹ ਸੰਗਤ ਜੀ ਕੱਲ ਆਏਗਾ। ਤੇ ਦਾਸ ਕੋਸ਼ਿਸ਼ ਕਰੇਗਾ ਕੱਲ ਸਾਰੇ ਪ੍ਰਸੰਗ ਦੀ ਕਥਾ ਹੋਵੇ।
ਨਾਲੇ ਰਵਾਇਤ ਹੈ ਠੰਡੇ ਮਿੱਠੇ ਜਲ ਦੀ ਛਬੀਲ ਦੀ। ਕੱਲ ਨੂੰ ਮਹਾਰਾਜ ਕਿਰਪਾ ਕਰਨ ਸੱਚੇ ਪਾਤਸ਼ਾਹ ਉਹ ਵੀ ਜਿਹੜਾ ਕਾਰਜ ਹੈ ਉਹ ਆਪਾਂ ਸਾਰੀਆਂ ਸੰਗਤਾਂ ਰਲ ਮਿਲ ਕੇ ਕਰਾਂਗੀਆਂ। ਬਾਕੀ ਮੇਰੀ ਇਹ ਬੇਨਤੀ ਹੈ, ਵੱਧ ਤੋਂ ਵੱਧ ਆਇਓ। ਗੁਰੂ ਜੀ ਨੇ ਕਿਵੇਂ ਸੱਚਖੰਡ ਵਿੱਚ ਜਾਣਾ ਹੈ, ਸੁਣਨ ਵਾਲੀ ਹੈ ਕਥਾ। ਸਾਧ ਸੰਗਤ ਸੁਣਨ ਵਾਲੀ ਕਥਾ ਹੈ, ਇਹ ਆਪਾਂ ਕੱਲ ਨੂੰ ਪ੍ਰਸੰਗ ਵਿੱਚ ਸੁਣਾਂਗੇ। ਹੋਰ ਸੰਗਤਾਂ ਨੂੰ ਲੈ ਕੇ ਆਇਓ, ਆਪਣੇ ਬੱਚਿਆਂ ਨੂੰ ਲੈ ਕੇ ਆਇਓ, ਉਹ ਵੀ ਇਹ ਕਥਾ ਸੁਣਨ, ਉਹਨਾਂ ਨੂੰ ਵੀ ਪਤਾ ਲੱਗੇ ਸਾਡੇ ਗੁਰੂ ਜੀ ਕਿੰਨੇ ਵੱਡੇ ਹਨ, ਕਿੰਨੇ ਵੱਡੇ ਹਨ। ਭਾਈ ਗੁਰਦਾਸ ਜੀ ਲਿਖਦੇ ਹੈ, ਕਹਿੰਦੇ ਇਹਨਾਂ 4 ਦਿਨਾਂ ਦੀਆਂ ਗੱਲਾਂ ਭਾਈ ਗੁਰਦਾਸ ਜੀ ਨੇ ਉਦਾਹਰਣਾਂ ਦਿੱਤੀਆਂ। ਮਛਲੀ ਦੀ ਉਦਾਹਰਣ ਦਿੱਤੀ, ਬਬੀਹੇ ਦੀ ਉਦਾਹਰਣ ਦਿੱਤੀ, ਹਿਰਨ ਦੀ ਉਦਾਹਰਣ ਦਿੱਤੀ। ਹਿਰਨ ਘੰਡੇ ਹੇੜੇ ਦੀ ਆਵਾਜ਼ ਵਿੱਚ ਮਸਤ ਹੋਇਆ ਹੁੰਦਾ ਹੈ। ਕਹਿੰਦੇ ਇੰਨਾ ਦੁੱਖ ਆ ਰਿਹਾ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੂੰ, ਪਰ ਮਹਾਰਾਜ ਪਰਮੇਸ਼ਰ ਦੇ ਨਾਮ ਦੀ ਧੁਨ ਵਿੱਚ ਮਸਤ ਹੋਏ ਹੋਏ ਹਨ ਜੀ। ਮਹਾਰਾਜ ਉਹਦੇ ਉਸ ਧੁਨ 'ਚ ਮਸਤ ਹਨ। ਫਿਰ ਦੱਸਦੇ ਆ, ਭਾਈ ਗੁਰਦਾਸ ਜੀ ਲਿਖਦੇ ਆ, ਕਹਿੰਦੇ ਆ ਸੱਚੇ ਪਾਤਸ਼ਾਹ ਮਹਾਰਾਜ ਰਹਿੰਦੇ ਗੁਰ ਦਰਿਆਓ ਵਿੱਚ। ਗੁਰੂ ਅਰਜਨ ਦੇਵ ਜੀ ਮਹਾਰਾਜ ਪਰਮੇਸ਼ਰ ਦੇ ਪਿਆਰ ਦੇ ਦਰਿਆ ਦੇ ਵਿੱਚ ਰਹਿੰਦੇ ਆ। ਮੀਨ ਕੁਲੀਨ ਹੇਤ ਨਿਰਬਾਣੀ, ਗੁਰੂ ਅਰਜਨ ਸਾਹਿਬ ਦੀ ਅਵਸਥਾ ਹੈ। ਜਿਵੇਂ ਮੱਛੀ ਪਾਣੀ ਤੋਂ ਬਗੈਰ ਤੜਪੇਗੀ, ਮਰ ਜਾਂਦੀ ਹੈ, ਪਾਣੀ ਤੋਂ ਬਗੈਰ ਨਹੀਂ ਰਹਿ ਸਕਦੀ। ਗੁਰੂ ਅਰਜਨ ਸਾਹਿਬ ਜੀ ਪਰਮੇਸ਼ਰ ਦੇ ਪਿਆਰ ਤੋਂ ਬਗੈਰ ਨਹੀਂ ਰਹਿ ਸਕਦੇ। ਕਹਿਣ ਲੱਗੇ ਉਹਦੇ ਨਾਮ ਤੋਂ ਬਗੈਰ ਨਹੀਂ ਰਹਿ ਸਕਦੇ। ਸੰਗਤ ਜੀ ਆਪਾਂ ਕਥਾ ਕਰਨ ਵਾਲੇ ਹੀ ਹੈਗੇ ਆ, ਸਿੱਧੀ ਗੱਲ ਜੀ, ਤੇ ਸੁਣਨ ਵਾਲੇ ਹੀ ਹੈਗੇ ਆ। ਇਹ ਅਵਸਥਾ ਤਾਂ ਕਿਸੇ ਵਿਰਲੇ ਨੂੰ ਹੀ ਮਿਲਦੀ ਹੈ ਜੀ। ਫਿਰ ਦਰਸ਼ਨ ਦੇਖ ਪਤੰਗ ਜਿਉਂ ਜੋਤੀ ਅੰਦਰ ਜੋਤ ਸਮਾਣੀ। ਪਤੰਗੇ ਦਾ ਪਿਆਰ ਹੈ ਲਾਟ ਨਾਲ, ਬੱਤੀ ਨਾਲ। ਪਤੰਗਾ ਹੁੰਦਾ ਉਸ ਜੋਤੀ ਲਾਟ ਦੇ ਉੱਤੇ, ਉਹਦੀ ਪਰਿਕਰਮਾ ਕਰਦਾ ਕਰਦਾ ਉਹਦੇ ਤੋਂ ਆਪਾ ਕੁਰਬਾਨ ਕਰ ਦਿੰਦਾ ਹੈ ਜੀ। ਉਸ ਲਾਟ ਦੇ ਵਿੱਚ ਹੀ ਸੜ ਜਾਂਦਾ ਜੀ ਉਹ ਜੀ। ਕਹਿੰਦੇ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਦਾ ਵੀ ਰੱਬ ਨਾਲ ਇਸ ਤਰ੍ਹਾਂ ਦਾ ਪਿਆਰ ਹੈ, ਆਪਾ ਕੁਰਬਾਨ ਕਰ ਦੇਣਗੇ ਪਰ ਪਰਮੇਸ਼ਰ ਦਾ ਪਾਸਾ ਨਹੀਂ ਛੱਡਣਗੇ ਜੀ। ਸ਼ਬਦ ਸੁਰਤ ਲਿਵ ਮਿਰਗ ਜਿਉਂ ਭੀੜ ਪਈ ਚਿਤ ਅਵਰ ਨਾ ਆਣੀ। ਗੱਜ ਕੇ ਆਖੋ ਵਾਹਿਗੁਰੂ। ਮਿਰਗ ਹਿਰਨ ਜਦੋਂ ਉਹਨੂੰ ਸੰਗਤ ਦੀ ਘੰਡੇ ਹਿਰਨ ਦੀ ਆਵਾਜ਼ ਸੁਣਾਉਂਦੇ ਆ, ਸ਼ਿਕਾਰੀ ਨੇ ਉਹਦਾ ਸ਼ਿਕਾਰ ਕਰਨਾ ਹੁੰਦਾ ਹੈ, ਉਹਨੂੰ ਪਤਾ ਵੀ ਹੈ ਵੀ ਮੈਂ ਮਰ ਜਾਵਾਂਗਾ, ਪਰ ਉਹਨੂੰ ਉਹ ਆਵਾਜ਼ ਬੜੀ ਚੰਗੀ ਲੱਗਦੀ ਹੈ। ਉਹ ਉਸ ਆਵਾਜ਼ ਦੇ ਵਿੱਚ ਮਸਤ ਹੋਇਆ, ਮਸਤ ਹੋਇਆ, ਮਸਤ ਹੋਇਆ, ਆਪਣਾ ਸ਼ਿਕਾਰ ਕਰਵਾ ਲੈਂਦਾ, ਪਰ ਉਹ ਆਵਾਜ਼ ਨਹੀਂ ਛੱਡਦਾ ਜੀ। ਕਹਿੰਦੇ ਇਹੋ ਹੀ ਗੱਲ ਹੈ, ਸ਼ਬਦ ਸੁਰਤ ਲਿਵ ਮਿਰਗ ਜਿਉਂ। ਗੁਰੂ ਅਰਜਨ ਸਾਹਿਬ ਜੀ ਦੀ ਸੁਰਤ ਇਸੇ ਤਰ੍ਹਾਂ ਸ਼ਬਦ ਵਿੱਚ ਜੁੜੀ ਹੋਈ ਹੈ। ਕਹਿਣ ਲੱਗੇ ਸ਼ਬਦ ਵਿੱਚ ਜੁੜੀ ਹੈ, ਪਤਾ ਵੀ ਹੈ ਕੀ ਹੋ ਰਿਹਾ, ਪਰ ਸੁਰਤ ਨਹੀਂ ਤੋੜਦੇ ਜੀ, ਸੁਰਤ ਨਹੀਂ ਟੁੱਟਦੀ ਜੀ। ਚਰਰ ਕਵਲ ਮਿਲ ਭਵਰ ਜਿਉਂ ਸੁਖ ਸੰਪਟ ਵਿੱਚ ਰਹਿਣ ਵਿਹਾਣੀ। ਜਿਵੇਂ ਭੌਰਾ ਹੈ, ਸਾਧ ਸੰਗਤ ਜੀ, ਭੌਰਾ ਫੁੱਲ ਉੱਤੇ ਬੈਠਾ ਹੈ, ਰਸ ਚੂਸੀ ਜਾਂਦਾ, ਚੂਸੀ ਜਾਂਦਾ, ਚੂਸੀ ਜਾਂਦਾ, ਉਹ ਫੁੱਲ ਦੇ ਵਿੱਚ ਹੀ ਇੱਕ ਦਿਨ ਮਰ ਜਾਂਦਾ ਹੈ। ਸਾਧ ਸੰਗਤ ਜੀ, ਗੁਰੂ ਅਰਜਨ ਸਾਹਿਬ ਜੀ ਭੌਰੇ ਬਣੇ ਹੋਏ ਆ, ਪਰਮੇਸ਼ਰ ਦੇ ਨਾਮ ਦਾ ਰਸ ਲੈ ਰਹੇ ਆ। ਗੁਰ ਉਪਦੇਸ਼ ਨਾ ਵਿਸਰੈ ਬਾਬੀ ਹੈ ਜਿਉਂ ਆਖ ਵਖਾਣੀ। ਉਪਦੇਸ਼ ਨਹੀਂ ਵਿਸਰਦਾ। ਉੱਥੇ ਬੈਠੇ ਵੀ ਮਹਾਰਾਜ ਸਿੱਖਾਂ ਨੂੰ ਉਪਦੇਸ਼ ਦਿੰਦੇ, ਸਿੱਖੋ ਪਰਮੇਸ਼ਰ ਦਾ ਭਾਣਾ ਮੰਨਣਾ ਹੈ, ਪਰਮੇਸ਼ਰ ਦਾ ਭਾਣਾ ਮੰਨਣਾ ਹੈ। ਗੁਰਮੁਖ ਸੁਖ ਫਲ ਪਿਰਮ ਰਸ ਸਹਿਜ ਸਮਾਦ ਸਾਧ ਸੰਗ ਜਾਣੀ। ਗੁਰ ਅਰਜਨ ਵਿਟਹੁ ਕੁਰਬਾਣੀ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਅੰਦਰ ਦੇ ਰਸ ਵਿੱਚ ਟਿਕੇ ਹੋਏ ਹਨ, ਟਿਕੇ ਹੋਏ ਹਨ, ਟਿਕੇ ਹੋਏ ਹਨ। ਮਹਾਰਾਜ ਆਪਣੇ ਆਪ ਨੂੰ ਜਿਵੇਂ ਉੱਪਰ ਉਦਾਹਰਣਾਂ ਦਿੱਤੀਆਂ ਨਾ,
ਮਛਲੀ ਦੀ, ਪਤੰਗੇ ਦੀ, ਹਿਰਣ ਦੀ, ਭੌਰੇ ਦੀ, ਬਬੀਹੇ ਦੀ, ਇਹਨਾਂ ਦਾ ਜਿਨ੍ਹਾਂ ਨਾਲ ਪਿਆਰ ਹੁੰਦਾ ਹੈ ਇਹ ਉਹਨਾਂ ਤੋਂ ਆਪਾਂ ਕੁਰਬਾਨ ਕਰ ਦਿੰਦੇ ਆ। ਕਹਿੰਦੇ ਗੁਰੂ ਅਰਜਨ ਸਾਹਿਬ ਦਾ ਵਾਹਿਗੁਰੂ ਜੀ ਦੇ ਨਾਲ ਪਿਆਰ ਹੈ। ਸੱਚੇ ਪਾਤਸ਼ਾਹ ਕਸ਼ਟ ਤੇ ਸਹਿ ਰਹੇ ਹੈ ਪਰ ਵਾਹਿਗੁਰੂ ਜੀ ਦਾ ਭਾਣਾ ਨਹੀਂ ਛੱਡ ਰਹੇ ਜੀ। ਭਾਣਾ ਬਦਲ ਵੀ ਸਕਦੇ ਆ। ਤੁਸੀਂ ਕਥਾ ਸੁਣੀ ਸਿੱਖਾਂ ਦੀ, ਸਿੱਖ ਸਤਿਗੁਰੂ ਜੀ ਨੂੰ ਮਹਾਰਾਜ ਕਹਿੰਦਾ, ਗੁਰੂ ਦਾ ਸਿੱਖ ਕਹਿੰਦਾ ਭਾਣਾ ਮੰਨਣ ਵਾਲਾ ਸਿੱਖ ਵਿਖਾਓ। ਮਹਾਰਾਜ ਨੇ ਭਾਈ ਗੁਰਮੁਖ ਦੇ ਘਰ ਭੇਜਿਆ। ਭਾਈ ਗੁਰਮੁਖ ਦਾ ਪੁੱਤਰ ਚਾਲਾ ਮਾਰ ਗਿਆ। ਸਿੱਖ ਕਹਿੰਦਾ ਸਿੱਖਾ ਜੇ ਤੈਨੂੰ ਪਤਾ ਹੀ ਤੇਰੇ ਪੁੱਤਰ ਨੇ ਚਾਲਾ ਮਾਰਨਾ, ਗੁਰੂ ਨੂੰ ਅਰਦਾਸ ਕਰਦਾ ਗੁਰੂ ਤੇਰੇ ਪੁੱਤ ਦੀ ਉਮਰ ਲੰਬੀ ਕਰ ਦਿੰਦਾ। ਸਿੱਖ ਨੇ ਕਿਹਾ ਗੁਰੂ ਕੋਲੋਂ ਨਾਮ ਮੰਗੀਦਾ, ਪੁੱਤਾਂ ਦੀਆਂ ਉਮਰਾਂ ਨਹੀਂ ਮੰਗੀਦੀਆਂ। ਜੇ ਮੰਗਦਾ ਫਿਰ ਵੀ ਤੇ ਮਰਨਾ ਹੀ ਨਾ ਉਹਨੇ ਇੱਕ ਦਿਨ। ਸੰਗਤ ਜੀ ਆਪਾਂ ਸੰਸਾਰੀ ਬੰਦੇ ਆ, ਅਸੀਂ ਨਹੀਂ ਇਹ ਗੱਲ ਕਹਿ ਸਕਦੇ, ਪਰ ਜਿਹੜੇ ਰੱਬ ਦੇ ਨਾਮ 'ਚ ਗੜੁੰਦ ਹੁੰਦੇ ਆ ਨਾ ਉਹ ਇਹ ਗੱਲ ਕਹਿ ਸਕਦੇ ਆ। ਮੈਂ ਇੱਕ ਉਦਾਹਰਣ ਦੇ ਕੇ ਖਿਮਾ ਮੰਗਾਂਗਾ। ਬੜੀ ਵਾਰੀ ਮੈਂ ਉਹਨਾਂ ਮਹਾਂਪੁਰਖਾਂ ਦਾ ਜ਼ਿਕਰ ਕੀਤਾ ਜੀ ਕਥਾ ਵਿੱਚ ਜੀ। ਚੋਲਾ ਸਾਹਿਬ ਨਗਰ ਸਰਹਾਲੀ ਦੇ ਲਾਗੇ ਜੀ, ਗੁਰੂ ਅਰਜਨ ਸਾਹਿਬ ਜੀ ਦਾ ਨਗਰ। ਮਹਾਰਾਜ ਨੇ ਉੱਥੇ ਚਰਨ ਪਾਏ ਸੀ ਗੁਰੂ ਅਰਜਨ ਸਾਹਿਬ ਨੇ। ਉਹ ਜਿਹੜੀ ਕਥਾ ਆਉਂਦੀ ਹੈ ਵੀ ਬੀਬੀ ਚੂਰੀ ਕੁੱਟ ਕੇ ਲੈ ਕੇ ਆਈ ਤੇ ਮਹਾਰਾਜ ਕਹਿੰਦੇ ਤੂੰ ਤੇ ਚੋਲਾ ਬਣਾ ਲੈ ਕੇ ਆਈ ਹੈ। ਤੇ ਮਹਾਰਾਜ ਨੇ ਕਿਹਾ ਸੀ ਇਹੋ ਨਾਨਕ ਕੀਨੋ ਚੋਲਾ, ਤੇ ਚੋਲਾ ਸਾਹਿਬ ਨਾਮ ਪਿਆ ਸੀਗਾ। ਬਾਬਾ ਧਿਆਨ ਸਿੰਘ ਜੀ ਬੜੇ ਵੱਡੇ ਮਹਾਂਪੁਰਖ ਹੋਏ ਜੀ ਉੱਥੇ, ਫੌਜ ਚੋਂ ਆਏ ਸੀ। 12 ਘੰਟੇ ਚੌਂਕੜਾ ਮਾਰ ਕੇ ਗੁਰਮੰਤਰ ਦਾ ਜਾਪ ਕਰਦੇ ਸੀ। ਅਸੀਂ ਤੇ 1 ਘੰਟਾ ਬਹਿ ਕੇ ਨਹੀਂ ਜਪ ਸਕਦੇ ਜੀ। ਬਾਬਾ ਜੀ ਦਾ ਪੁੱਤਰ ਗੁਰਬਚਨ ਸਿੰਘ 27-28 ਸਾਲ ਦੀ ਉਮਰ ਤੇ ਮਹਾਂਪੁਰਖਾਂ ਨੂੰ ਕਹਿਣ ਲੱਗਾ ਪਿਤਾ ਜੀ ਅੱਜ ਨਾਮ ਜਪਣ ਨਾ ਜਾਓ। ਸਵੇਰੇ 5 ਵਜੇ ਜਾਂਦੇ ਸੀਗੇ, ਸ਼ਾਮੀ 5 ਵਜੇ ਘਰ ਆਉਂਦੇ ਸੀ। ਅੱਜ ਨਾਮ ਜਪਣ ਨਾ ਜਾਓ। ਉਹ ਕਹਿੰਦੇ ਕੀ ਗੱਲ ਹੈ? ਕਹਿੰਦਾ ਮੈਨੂੰ ਲੱਗਦਾ ਅੱਜ ਮੇਰਾ ਸਰੀਰ ਛੁੱਟ ਜਾਣਾ ਹੈ। ਕਮਾਈ ਵਾਲਾ ਹੀ ਪੁੱਤ। ਕਹਿੰਦੇ ਅੱਛਾ। 2 ਮਿੰਟ ਚੁੱਪ ਰਹੇ। ਕਹਿੰਦੇ ਪੁੱਤਰ ਤੈਨੂੰ ਲੱਗਦਾ, ਸਾਨੂੰ ਪਤਾ ਹੈਗਾ। ਕਹਿੰਦਾ ਪਿਤਾ ਜੀ ਕੀ? ਕਹਿੰਦੇ ਪੁੱਤਰ ਅੱਜ 12 ਵਜੇ ਤੂੰ ਸਰੀਰ ਛੱਡਣਾ ਹੈ। 12 ਵਜੇ ਤੱਕ ਤੇਰੇ ਸਵਾਸ ਪੂਰੇ ਹੋ ਜਾਣੇ ਆ। ਜਦੋਂ ਤੂੰ ਸਰੀਰ ਛੱਡਿਆ 4 ਵਜੇ ਤੱਕ ਪਿੰਡ ਇਕੱਠਾ ਹੋਏਗਾ। ਪਿੰਡ ਇਕੱਠਾ ਹੋਏਗਾ ਤੇ ਤੈਨੂੰ ਇਸ਼ਨਾਨ ਕਰਾ ਕੇ 5 ਵਜੇ ਮੜੀਆਂ 'ਚ ਲੈ ਕੇ ਜਾਣਾ ਉਹਨੇ ਨੇ। ਤੇ ਪੁੱਤ ਮਰਨਾ ਤੇ ਤੂੰ ਹੈ ਹੀ ਹੈ, ਤੇ ਮੇਰੇ ਨਾਮ ਜਪਣ 'ਚ ਵਿਘਨ ਨਾ ਪਾ। ਕਹਿੰਦੇ ਸਕਾ ਪਿਓ ਸਕੇ ਪੁੱਤ ਨੂੰ ਕਹਿ ਰਿਹਾ ਮੇਰੇ ਨਾਮ ਜਪਣ ਵਿੱਚ ਵਿਘਨ ਨਾ ਪਾ। 5 ਵਜੇ ਤੇਰੇ ਸਰੀਰ ਦਾ ਸੰਸਕਾਰ ਹੋਣਾ, ਮੈਂ ਉੱਥੇ ਹੀ ਪਹੁੰਚਾਂਗਾ। ਸਿੱਧਾ ਕਹਿਣ ਲੱਗੇ। ਹੋਇਆ ਵੀ ਇਸੇ ਤਰ੍ਹਾਂ ਨੇ। ਇਹ ਗੱਲਾਂ ਨਾਮ ਜਪਣ ਵਾਲੇ ਮੰਨ ਸਕਦੇ ਆ, ਨਾਮ ਜਪਣ ਵਾਲੇ ਕਰ ਸਕਦੇ ਆ। ਅਸੀਂ ਸੰਸਾਰੀ ਬੰਦੇ ਸੁੱਖ ਮੰਗਣ ਵਾਲੇ ਹੈਗੇ ਆ ਜੀ। ਅਸੀਂ ਤੇ ਅਰਦਾਸ ਕਰੀਏ ਸੱਚੇ ਪਾਤਸ਼ਾਹ ਮਿਹਰ ਕਰੋ, ਦਇਆ ਕਰੋ, ਸੁੱਖ ਹੋਵੇ ਦਿਨ ਰਾਤੀ। ਮਹਾਰਾਜ ਸੁੱਖ ਹੀ ਵਰਤੇ। ਸੰਗਤ ਜੀ ਮਹਾਰਾਜ ਗਰੀਬ ਨਵਾਜ ਮਿਹਰ ਕਰਨ, ਦਇਆ ਕਰ। ਦੁੱਖ ਤੇ ਸੁੱਖ ਹੈ ਤੇ ਦਾਤ ਹੈ, ਪਰ ਸਾਰੇ ਬੰਦੇ ਇਸ ਦਾਤ ਨੂੰ ਝੱਲ ਨਹੀਂ ਚ ਸਕਦੇ ਜੀ। ਕੇਤਿਆ ਦੁਖ ਭੂਖ ਸਦ ਮਾਰ ਇਹ ਭੇਦਾਤ ਤੇਰੀ ਦਾਤਾ। ਸਾਰੇ ਇਸ ਦਾਤ ਨੂੰ ਝੱਲ ਨਹੀਂ ਚ ਸਕਦੇ। ਇਹ ਗੁਰੂ ਅਰਜਨ ਦੇਵ ਜੀ ਹਨ ਜਿਹੜੇ ਝੱਲ ਸਕਦੇ ਆ। ਅਸੀਂ ਤੇ ਮਹਾਰਾਜ ਗਰੀਬ ਨਵਾਜ ਜੀ ਦੇ ਚਰਨਾਂ 'ਚੋਂ ਇਹੋ ਹੀ ਕਹਿਣਾ, ਦੇਹੋ ਦਰਸ ਸੁਖ ਦਾਤਿਆ ਮੈਂ ਗਲ ਵਿੱਚ ਲੇਹੋ ਮਿਲਾਏ। ਇਹ ਸੁੱਖਾਂ ਦੇ ਦਾਤੇ ਗੁਰੂ ਅਰਜਨ ਸਾਹਿਬ ਸਾਡੇ ਤੇ ਮਿਹਰ ਕਰੋ। ਅਸੀਂ ਤੇ ਇਹ ਕਹਿਣਾ ਧੰਨ ਗੁਰੂ ਅਰਜਨ ਦੇਵ ਜੀ ਕਿਰਪਾ ਕਰੋ ਤੇ ਮਹਾਰਾਜ ਗਰਭ ਜੋਨ 'ਚੋਂ ਬਚਾ ਲੈਂਦੇ ਆ। ਆਓ ਪੰਕਤੀ ਪੜ੍ਹ ਕੇ ਫਿਰ ਖਿਮਾ ਮੰਗੀਏ। ਜਪਿਓ ਜਿਨ ਅਰਜਨ ਦੇਵ ਗੁਰੂ ਗੱਜ ਕੇ। ਜਪਿਓ ਜਿਨ ਅਰਜਨ ਦੇਵ ਗੁਰੂ। ਜਪਿਓ ਜਿਨ ਅਰਜਨ ਦੇਵ ਗੁਰੂ। ਫਿਰ ਸੰਕਟ ਜੋਨ ਗਰਭ ਨਾ ਆਇਓ। ਫਿਰ ਸੰਕਟ ਜੋਨ ਗਰਭ ਨਾ ਆਇਓ। ਫਿਰ ਸੰਕਟ ਜੋਨ
ਗਰਭ ਨਾ ਫਿਰ ਸੰਕਟ ਜੋ ਨ ਗਰਭ ਨਾ ਆਇਓ। ਜਪਿਓ ਜਿਨ ਅਰਜਨ ਦੇਵ ਗੁਰੂ। ਜਪਿਓ ਜਿਨ ਅਰਜਨ ਦੇਵ ਗੁਰੂ। ਸਤਿਗੁਰੂ ਦੀ ਕਿਰਪਾ ਕਰਨ, ਬਖਸ਼ਿਸ਼ ਕਰਨ, ਮਿਹਰਾਂ ਕਰਨ। ਸੰਗਤ ਜੀ, ਕੱਲ ਨੂੰ ਮਹਾਰਾਜ ਜੀ ਦੇ ਸੱਚਖੰਡ ਜਾਣ ਵਾਲਾ ਪ੍ਰਸੰਗ ਹੈ। ਵੱਧ ਤੋਂ ਵੱਧ ਸੰਗਤਾਂ ਆਇਓ, ਬੱਚਿਆਂ ਨੂੰ ਨਾਲ ਲੈ ਕੇ ਆਇਓ। ਠੰਡੇ ਮਿੱਠੇ ਜਲ ਦੀਆਂ ਛਬੀਲਾਂ ਵਰਤਣਗੀਆਂ। ਇਹ ਕਿਉਂ ਵਰਤਦੀਆਂ ਨੇ, ਉਹ ਧਿਆਨ ਨਾਲ ਸੁਣਿਓ। ਹਿੰਦੂ ਧਰਮ 'ਚ ਦੁਸ਼ਹਿਰਾ ਮਨਾਇਆ ਜਾਂਦਾ ਹੈ। ਰਾਵਣ ਦਾ ਅੰਤ ਕੀਤਾ, ਲੋਕਾਂ ਨੂੰ ਦੱਸਣ ਵਾਸਤੇ ਰਾਵਣ ਸਾੜਦੇ ਆ, ਪ੍ਰਦੂਸ਼ਣ ਫੈਲਾਉਂਦੇ ਆ। ਕਰੋੜਾਂ ਦਾ ਹੀ ਖਰਚਾ ਹੁੰਦਾ ਦੁਸ਼ਹਿਰੇ ਵਾਲੇ ਦਿਨ, ਔਰ ਉਹ ਖਰਚਾ ਕੇਵਲ 5-7 ਮਿੰਟਾਂ ਵਾਸਤੇ ਹੁੰਦਾ ਜੀ। ਠਾ ਵੇਖ ਕੇ ਲੋਕ ਖੁਸ਼ ਹੋ ਜਾਂਦੇ ਆ। 5-7 ਮਿੰਟਾਂ ਵਾਸਤੇ ਕਰੋੜਾਂ ਰੁਪਈਆਂ ਦਾ ਖਰਚਾ ਕੀਤਾ ਜਾਂਦਾ ਜੀ। ਦੱਸਣ ਦਾ ਇੱਕ ਤਰੀਕਾ, ਸਾਡੇ ਬਜ਼ੁਰਗਾਂ ਦੀ ਬੜੀ ਵੱਡੀ ਸੋਚ ਸੀ। ਉਹਨਾਂ ਉਹ ਕੰਮ ਨਹੀਂ ਕੀਤਾ ਵੀ ਪ੍ਰਦੂਸ਼ਣ ਫੈਲੇ। ਸਤਿਗੁਰੂ ਉਹਨੂੰ ਤਸੀਹੇ ਦਿੱਤੇ ਗਏ, ਤਪਾਉਣ ਦਾ ਯਤਨ ਕੀਤਾ। ਸਾਡੇ ਬਜ਼ੁਰਗਾਂ ਨੇ ਮਰਿਆਦਾ ਬਣਾਤੀ, ਠੰਡੇ ਮਿੱਠੇ ਜਲ ਦੀਆਂ ਛਬੀਲਾਂ ਲਾ ਦਿੱਤੀਆਂ ਵੀ ਜਲ ਛਕੋ, ਠੰਡਾ ਜਲ ਛਕੋ, ਮਿੱਠਾ ਜਲ ਛਕੋ। ਪਰ ਤੱਤੀ ਤਵੀ ਦਾ ਇਤਿਹਾਸ ਜ਼ਰੂਰ ਸੁਣਿਆ। ਸਾਡੇ ਬੱਚਿਆਂ ਨੂੰ ਇਹੋ ਪਤਾ ਛਬੀਲਾਂ ਵਾਲਾ ਗੁਰਪੁਰਬ। ਉਹਨਾਂ ਨੂੰ ਇੰਨਾ ਪਤਾ ਹੈ ਵੀ 2 ਬੈਂਚ ਲਾਉਣੇ ਆ, ਟੇਬਲ ਲਾਉਣੇ ਆ, ਟੱਬ ਰੱਖਣਾ, ਮਿੱਠਾ ਘੋਲਣਾ, ਵਿੱਚ ਸੂਹ ਅਫਜ਼ਾ ਪਾਉਣਾ, ਬਰਫ਼ ਪਾਉਣੀ ਹੈ ਤੇ ਰੋਕ ਰੋਕ ਕੇ ਪਾਣੀ ਪਿਆਉਣਾ ਹੈ। ਪੁੱਛੋ ਵੀ ਕੀ ਹੈ, ਕਹਿੰਦੇ ਛਬੀਲਾਂ ਵਾਲਾ ਗੁਰਪੁਰਬ ਹੈ। ਪਰ ਸਾਰੀ ਗੱਲ ਸੁਣਨੀ ਚਾਹੀਦੀ ਹੈ। ਮਹਾਰਾਜ ਦੀ ਕਿਰਪਾ ਕਰਨ, ਭੁੱਲਾਂ ਦੀ ਮਾਫੀ ਬਖਸ਼ਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਕਹੋ